ਭਗਤ ਗੁਰੂ ਆਰ ਤਾਪ ਹਰਣ ਹੈ, ਕਰੁਣਾ ਮੈਂ ਸਭ ਦੁਖ ਜੋਗ ਦਇਆਲੈ ਹੈ, ਦੀਨਾਨਾਥ ਕਰੋ। ਸਰੀਰ ਸਵਸਥ ਖੀਣ ਆਏ, ਸਿਮਾਨਕ ਰਾਮ ਦਾਮੋਦਰ ਮਾਧਵੈ ਹੈ, ਬੇਸ਼ੁਮਾਰ ਅਥਾ ਅਗਣਤ ਕਿਉ ਆਵਹੁ ਤਿਉ ਨਾਨਕ ਦਾਸ ਪਤਤ ਪਵਨ ਭਗਤ ਵਤਸਲ ਕਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਗੁਰਤਾ ਗੱਦੀ ਤੇ ਬਿਰਾਜਮਾਨ ਸੁਭਾਏਮਾਨ ਸਾਹਿਬ ਜੀ ਮਹਾਰਾਜ ਸਤ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਖਾਲਸਾ ਸਾਧ ਸੰਗਤ ਜੀਓ, ਰਸਨਾ ਕਰੋ ਪਵਿੱਤਰ ਆਖੋ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਧੰਨ ਬਾਬਾ ਜਵਾਹਰ ਮਹਾਰਾਜ ਪਾਵਨ ਪਵਿੱਤਰ ਸਥਾਨਾਂ ਉੱਪਰ ਹਰ ਸ਼ਨੀਵਾਰ ਸ੍ਰੀ ਜਾਪ ਬੜੇ ਪ੍ਰੇਮ ਦੇ ਨਾਲ ਆ ਰਹੇ ਹੋ। ਸਤਿਗੁਰੂ ਧੰਨ ਸਿੰਘ ਮਹਾਰਾਜ ਈਸ਼ਰ ਜੀ ਦੀ ਉਸਤਤ ਕਰਦੇ ਪਏ ਨੇ ਅਤੇ ਉਸਤਤ ਕਰਦੇ ਹੋਏ ਬੇਅੰਤ ਨਾਮ ਉਚਾਰਨ ਕਰਦੇ ਨੇ। ਤਾਂ ਕਿਰਪਾ ਕਰਦੇ ਹੋਏ ਕੀ ਫਰਮਾਉਂਦੇ ਨੇ, ਤਾਂ ਸਤਿਗੁਰੂ ਕਹਿੰਦੇ ਹਨ, ਅਜਮ ਹੈ ਆਗਮ। ਗਮ ਕਹਿੰਦੇ ਨੇ ਗਮਤਾ ਨੂੰ, ਪਹੁੰਚ ਨੂੰ। ਗਮਤਾ ਦਾ ਅਰਥ ਹੁੰਦਾ ਪਹੁੰਚ ਦੀ, ਕੰਨਾਂ ਦੀ ਦੀ ਪਹੁੰਚ ਹੈ, ਹੱਥਾਂ ਦੀ ਪਕੜ ਸ਼ਕਤੀ। ਇਸੇ ਤਰ੍ਹਾਂ ਸਾਡੀਆਂ ਇਹਨਾਂ ਨੇ ਕੀ ਇਹਨਾਂ ਦੀ ਪਹੁੰਚ ਵਾਹਿਗੁਰੂ ਤੱਕ ਹੈ। ਸ਼ਬਦ ਲਾਉਂਦੇ ਨੇ ਅਗੰਮ। ਭਾਈ ਮਨ ਬਾਣੀ ਇੰਦਰੀਆਂ ਦੀ ਗਮ ਵਾਹਿਗੁਰੂ ਪਰਮੇਸ਼ਰ ਤੱਕ ਪਕੜ ਨਹੀਂ ਬਣਦੀ ਹੈ। ਇਹਨਾਂ ਅੱਖਾਂ ਨਾਲ ਉਹ ਦਿਖਣ ਚ ਨਹੀਂ ਆਉਂਦਾ, ਇੰਦਰੀਆਂ ਦੀ ਪਕੜ ਚ ਨਹੀਂ ਆਉਂਦਾ, ਮਨ ਉਹ ਨਹੀਂ ਪਕੜਿਆ ਜਾਂਦਾ ਹੈ। ਅਵਿਸ਼ੇ ਇਹਨਾਂ ਦਾ ਨਹੀਂ ਮੰਨਣਾ ਚਾਹੀਦਾ ਹੈ ਤੇ ਨਾ ਹੀ ਕਿਸੇ ਚ ਆਇਆ ਹੈ ਅਜੇ ਤੱਕ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਦੇ ਵਿੱਚ ਪ੍ਰੇਮ ਦੇ ਨਾਲ ਫਰਮਾਉਂਦੇ ਨੇ, ਕਾਹੂ ਪਹੁੰਚਤ ਪ੍ਰਾਨੀ ਆਗਮ ਪ੍ਰਭ ਨਿਰਵਾਣੀ, ਕਿ ਹੇ ਅਖ ਜੀ ਆਪ ਮਨ ਬਾਣੀ ਦੀ ਗਮ ਪਹੁੰਚ ਤੋਂ ਆਪ ਪਰੇ ਹੋ। ਗਮ ਦਾ ਅਰਥ ਹੁੰਦਾ ਗਮਨ, ਆਉਣਾ ਜਾਣਾ। ਜਾਣਾ ਨਾਲ ਕੀ ਆਉਣਾ। ਵਾਹਿਗੁਰੂ ਸਾਡੇ ਵਾਂਗ ਆਉਣਾ ਜਾਣਾ ਜੰਮਣਾ ਮਰਨਾ ਨਹੀਂ, ਸਰੀਰ ਦੇ ਧਰਮ ਨਹੀਂ ਹਨ। ਸਤਿਗੁਰੂ ਜੀ ਬਾਣੀ ਦੇ ਵਿੱਚ ਪਰਮੇਸ਼ਰ ਦੇ ਮਰੈ ਨਾ ਬਿਨਸੈ ਆਵੇ ਨਾ ਜਾਏ ਸਦ ਹੀ ਰਹਿਆ ਸਮਾਏ। ਪਰਮੇਸ਼ਰ ਦਾ ਮਰਨ ਵਾਲਾ ਹੈ। ਸਤਿਗੁਰੂ
ਗੁਰੂ ਵਾਰ-ਵਾਰ ਗੱਲ ਹੋਰ ਦਿੰਦੇ ਹਨ ਕਿ ਹੇ ਅਖ ਜੀ ਆਪ ਅਗੰਮ ਹੋ, ਪਵਿੱਤਰ ਨਾਮ ਉਚਾਰਨ ਕਰਦੇ ਨੇ। ਅਜੰਮ ਹੈ ਜਮ ਦਾ ਜਨਮ ਦਾ ਜਮ ਦਾ ਜਮ ਰਾਜ ਮੌਤ, ਹੋਰ ਵੀ ਬੇਅੰਤ ਅਰਥ ਮਹਾਂਪੁਰਸ਼ਾਂ ਨੇ ਕੀਤੇ ਹਨ। ਵਾਹਿਗੁਰੂ ਜੀ ਦੇ ਵਿੱਚ ਜਨਮ ਮਰਨ ਨਹੀਂ, ਜਮ ਤੋਂ ਆ ਰਹਿਤ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਹਰ ਜਨਮ ਮਰਨ ਬਹੀਨ, 10 4 ਪ੍ਰਬੀਨ ਕਿ ਵਾਹਿਗੁਰੂ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ। ਜਾਂ ਜਮ ਦਾ ਅਰਥ ਜੇ ਮੌਤ ਕਰੀਏ, ਜਮਰਾਜ ਕਰੀਏ, ਮੌਤ ਦਾ ਦੇਵਤਾ ਕਰੀਏ। ਮੌਤ ਦਾ ਅਸਰ ਹਰ ਵਸਤੂ ਉੱਤੇ ਹੈ, ਹਰ ਸ਼ੈ ਉੱਤੇ ਹੈ, ਪਰ ਪਰਮਾਤਮਾ ਦੇ ਉੱਤੇ ਮੌਤ ਦਾ ਅਸਰ ਨਹੀਂ। ਮੌਤ ਦਾ ਅਸਰ ਵਾਹਿਗੁਰੂ ਉੱਤੇ ਨਹੀਂ ਪੈਂਦਾ ਹੈ। ਵਾਹਿਗੁਰੂ ਪਰਮੇਸ਼ਰ ਜੀ ਮੌਤ ਦੇ ਡਰ ਤੋਂ, ਮੌਤ ਦੇ ਅਸਰ ਤੋਂ, ਮੌਤ ਦੇ ਭੈ ਤੋਂ ਰਹਿਤ ਹਨ, ਅਜੰਮ ਹਨ। ਮੌਤ ਦਾ ਉਹਨਾਂ ਉੱਤੇ ਕੋਈ ਵਸ ਨਹੀਂ ਚੱਲਦਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਛਲ ਬੱਪਰੀ ਇਹ ਕੌਲਾ ਡਰ ਪੈ, ਅਤ ਡਰ ਪੈ ਧਰਮ ਰਾਇਆ। ਧਰਮ ਰਾਜਾ ਵੀ ਵਾਹਿਗੁਰੂ ਪਰਮੇਸ਼ਰ ਜੀ ਤੋਂ ਡਰਦਾ ਹੋਇਆ ਆਪਣੇ ਦੂਤਾਂ ਨੂੰ, ਸੇਵਾਦਾਰਾਂ ਨੂੰ ਕਹਿੰਦਾ ਹੈ ਯਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਤਾਂ ਜਿੱਥੇ ਵਾਹਿਗੁਰੂ ਜੀ ਮੌਤ ਦੇ ਭੈ ਤੋਂ, ਮੌਤ ਦੇ ਅਸਰ ਤੋਂ, ਮੌਤ ਤੋਂ, ਨਾਸ਼ ਤੋਂ ਰਹਿਤ ਹਨ, ਉੱਥੇ ਵਾਹਿਗੁਰੂ ਦਾ ਜਿਹੜੇ ਸਿਮਰਨ ਕਰਨ ਵਾਲੇ, ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ ਹਨ, ਗੁਰੂ ਕੇ ਪਿਆਰੇ, ਇਹਨਾਂ ਉੱਤੇ ਵੀ ਮੌਤ ਦਾ, ਸਮੇਂ ਦਾ ਅਸਰ ਨਹੀਂ ਪੈਂਦਾ ਹੈ। ਮੌਤ ਦੇ ਭੈ ਤੋਂ ਮੁਕਤ ਹੋ ਜਾਂਦੇ ਨੇ। ਕਬੀਰ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਦਾ ਦਾਵਾ ਗੁਰਬਾਣੀ ਦੇ ਵਿੱਚ ਉਹਨਾਂ ਦੇ ਬਚਨਾਂ ਵਿੱਚ ਕੀਤਾ ਹੈ ਕਿ ਸਾਰਾ ਸੰਸਾਰ ਮੌਤ ਤੋਂ ਡਰਦਾ ਹੈ, ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਦਾਸ ਵਾਹਿਗੁਰੂ ਦੇ ਭਰੋਸੇ, ਪਰਮੇਸ਼ਰ ਦੇ ਭਰੋਸੇ ਇਸ ਮੌਤ ਨੂੰ ਆਨੰਦ ਦਾ ਰੂਪ ਸਮਝਦੇ ਹੋਏ ਪਸੰਦ ਕਰਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਹੁਣ ਇੱਕ ਬੰਨੇ ਜੇ ਅੱਜ ਦੁਨੀਆ ਦੀ ਗਿਣਤੀ ਅਰਬਾਂ ਦੇ ਵਿੱਚ ਚਲੇ ਗਈ ਹੈ, ਤਾਂ ਅਰਬਾਂ ਦੇ ਵਿੱਚੋਂ ਇੱਕ ਕਬੀਰ ਸਾਹਿਬ ਹੀ ਇਸ ਤਰ੍ਹਾਂ ਦੇ ਮਹਾਤਮਾ ਹੋਣਗੇ, ਮਹਾਂਪੁਰਸ਼ ਹੋਣਗੇ ਜਿਹੜੇ ਇਸ ਮੌਤ ਤੋਂ ਨਹੀਂ ਡਰਦੇ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਵੀ ਇਸ ਗੱਲ ਉੱਤੇ ਮੋਹਰ ਲਾਉਂਦੇ ਨੇ, ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਕਿ ਮੌਤ ਤੋਂ ਹਰੇਕ ਹੀ ਡਰਦਾ ਹੈ, ਪਰ ਕਿੱਡੀ ਵੱਡੀ ਗੁਰਬਾਣੀ ਦੇ ਵਿੱਚ ਤਾਕਤ ਹੋਵੇਗੀ ਕਿ ਗੁਰਬਾਣੀ ਦੇ ਸਿਰਫ ਐਸੇ ਸ਼ਬਦ ਸਿਰਫ ਗੁਰਬਾਣੀ ਰੂਪ ਧਾਰਮਿਕ ਗ੍ਰੰਥ ਦੇ ਵਿੱਚ ਮਿਲਣਗੇ, ਜਿੱਥੇ ਆ ਲਿਖਿਆ ਹੋਵੇਗਾ ਕਿ ਜਬ ਆਪ ਕੀ ਔਦ ਨਿਧਾਨ ਬਣੈ, ਅਤ ਹੀ ਰਨ ਮੈਂ ਤਬ ਜੂਝ ਮਰੁ। ਜਾਂ ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਾਰ, ਚਿਤ ਮੈਂ ਜੁਧ ਵਿਚਾਰੈ। ਨਹੀਂ ਤੇ ਮੌਤ ਬਾਰੇ ਤਾਂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਕਿ ਸ਼ੇਖ, ਮਸਾਇਕ, ਪੀਰ, ਫਕੀਰ, ਔਲੀਏ, ਤਪ ਕਰਨ ਵਾਲੇ ਤਪਸਵੀ ਵੀ ਇਸ ਮੌਤ ਤੋਂ ਡਰਦੇ ਨੇ। ਪਰ ਸਿੱਖਾਂ ਉੱਤੇ, ਖਾਲਸੇ ਉੱਤੇ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ ਹੋਵੇ ਕਿ ਜਿਹੜੇ ਮੌਤ ਨੂੰ ਵੰਗਾਰਦੇ ਨੇ, ਮੌਤ ਨੂੰ ਮਖੌਲ ਕਰਦੇ ਹਨ, ਮੌਤ ਨੂੰ ਲਾੜੀ ਸਮਝਦੇ ਹਨ। ਜਿਵੇਂ ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਜਦੋਂ ਗ੍ਰਿਫਤਾਰੀ ਹੋਈ ਤਾਂ ਪੀਲੀ ਦਸਤਾਰ ਬੰਨੀ, ਕਿਉਂ ਲਾੜਾ ਬੰਨ੍ਹਦਾ ਹੈ ਮੌਤ ਨੂੰ ਵਿਆਹੁਣ ਵਾਲਾ। ਇੱਧਰ ਪੰਜਾਬ ਦਾ ਕਲਚਰ ਹੈ, ਪੰਜਾਬ ਦਾ ਰਿਵਾਜ ਕਹਿ ਲਓ ਕਿ ਜਦੋਂ ਵਿਆਹ ਹੁੰਦਾ ਹੈ, ਜਦੋਂ ਲਾੜਾ ਜੰਝ ਚੜ੍ਹਦਾ ਹੈ ਤੇ ਫਿਰ ਉਹ ਪੀਲੀ ਦਸਤਾਰ ਸ਼ਗਨ ਦੀ ਜਾਣ ਕੇ ਸਜਾਉਂਦਾ ਹੈ। ਜਾਂ ਇਸੇ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਧੰਨ ਬਾਬਾ ਗੁਰਬਖਸ਼ ਸਿੰਘ ਜੀ,
ਜਦੋਂ ਫੌਜ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਸਿੰਘਾਂ ਸਮੇਤ ਹਰਿਮੰਦਰ ਸਾਹਿਬ ਦੀ ਪਵਿੱਤਰਤਾ, ਗੁਰਧਾਮ ਦੀ ਪਵਿੱਤਰਤਾ ਰੱਖਣ ਵਾਸਤੇ ਅਰਦਾਸ ਕੀਤੀ, ਬੇਨਤੀ ਕੀਤੀ ਤਾਂ ਸਿਹਰੇ ਸਜਾਏ। ਕਿਉਂ? ਲਾੜੇ ਦੇ ਸਿਹਰਾ ਲੱਗਦਾ ਹੈ, ਇਹ ਪੰਜਾਬ ਦਾ ਕਲਚਰ ਕਹਿ ਲਓ। ਤਾਂ ਸਿਹਰੇ ਲਾਏ ਗਏ, ਗਲਾਂ 'ਚ ਹਾਰ ਪਾਏ ਗਏ, ਫਿਰ ਦੇਗ ਕਰਾਈ। ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਸੀ ਮੌਤ ਵਿਆਉਣ ਲੱਗੇ, ਕਿਰਪਾ ਕਰ। ਤਾਂ ਸਤਿਗੁਰੂ ਮਹਾਰਾਜ ਦੀ ਕਿੱਡੀ ਵੱਡੀ ਖਾਲਸੇ ਉੱਤੇ ਕਿਰਪਾ ਹੈ ਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਜਮਾਂ ਦੇ ਅਸਰ ਤੋਂ ਰਹਿਤ ਹੈ, ਮੌਤ ਦੇ ਡਰ ਤੋਂ ਰਹਿਤ ਹੈ, ਉਥੇ ਉਹਨੂੰ ਮੰਨਣ ਵਾਲੇ, ਉਹਦੇ ਭਗਤ, ਉਹਦੇ ਸੰਤ, ਉਹਦੇ ਸਿੱਖ ਧਰਮੀ ਪੁਰਸ਼ ਵੀ ਮੌਤ ਦੇ ਡਰ ਤੋਂ ਰਹਿਤ ਹੋ ਜਾਂਦੇ ਹਨ, ਅਜੰਮ ਹੋ ਜਾਂਦੇ ਹਨ। ਤਾਂ ਸਤਿਗੁਰੂ ਕਹਿੰਦੇ ਛਲ ਬਪੁਰੀ ਇਹ ਕੌਲਾ ਡਰ ਪੈ, ਅਤ ਡਰ ਪੈ ਧਰਮ ਰਾਇਆ। ਪਰਮੇਸ਼ਰ ਤੋਂ ਮੌਤ ਵੀ ਡਰਦੀ ਹੈ। ਤੇ ਕੀ ਕਹਿੰਦੀ ਹੈ? ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਅਭੂਤ ਹੈ, ਅਛੂਤ ਹੈ। ਤਾਂ ਅੱਗੇ ਸਤਿਗੁਰੂ ਜੀ ਮਹਾਰਾਜ ਦੇ ਨਾਵਾਂ ਦੀ ਉਸਤਤ ਕਰਦੇ ਹਨ। ਤਾਂ ਸਤਿਗੁਰੂ ਕੀ ਫਰਮਾਉਂਦੇ? ਭੂਤ, ਭੂਤ ਦਾ ਭਾਵ ਕੀ ਹੈ? ਤੱਤਾਂ ਤੋਂ ਪੈਦਾ ਹੋਣ ਵਾਲਾ ਜਾਂ ਜੀਵ। ਭੂਤ ਦਾ ਅਰਥ ਕੀ ਹੋਇਆ? ਜੀਵ। ਜੀਵ ਦਾ ਅਰਥ ਕੀ? ਜੀਵ ਭਾਵ ਜਿਵੇਂ ਇੱਕ ਜੀਵ ਹੈ, ਉਹ ਜੰਮਦਾ ਹੈ, ਮਰਦਾ ਹੈ, ਦੁਖੀ ਹੈ, ਸੁਖੀ ਹੈ, ਆਉਣ ਜਾਣ ਹੈ ਉਹਦੇ ਵਿੱਚ, ਹਰਕ ਸੋਖ ਹੈ ਉਹਦੇ ਵਿੱਚ, ਭੁੱਖ ਪਿਆਸ ਹੈ ਉਹਦੇ ਵਿੱਚ, ਤੇ ਫਿਰ ਪ੍ਰਸ਼ਿੰਨ ਹੈ, ਤੁਸ਼ ਹੈ, ਬਹੁਤਾ ਬਲ ਨਹੀਂ, ਬਹੁਤੀ ਤਾਕਤ ਨਹੀਂ। ਇਹ ਜਿਹੜੇ ਜੀਵ ਪੁਣੇ ਦੇ ਧਰਮ ਨੇ, ਭੂਤ ਹੋ ਗਿਆ ਜੀਵ। ਜੀਵ ਪੁਣਾ ਦੇ ਧਰਮ ਜਿੰਨੇ ਮੰਨੇ ਗਏ ਨੇ ਧਾਰਮਿਕ ਗ੍ਰੰਥਾਂ 'ਚ, ਇਹਨਾਂ ਜੀਵ ਪੁਣਾ ਦੇ ਧਰਮਾਂ ਤੋਂ ਵਾਹਿਗੁਰੂ ਪਰਮੇਸ਼ਰ ਆ ਰਹਿਤ ਹੈ, ਅਭੂਤ ਹੈ। ਕਿਉਂ? ਵਾਹਿਗੁਰੂ ਤੇ ਸਮਰੱਥ ਹੈ। ਜੀਵ ਜਿਹੜਾ ਉਹ ਅਲਪੱਗ ਹੈ, ਜੀਵ ਪ੍ਰਸ਼ਿੰਨ ਹੈ, ਵਾਹਿਗੁਰੂ ਵਿਆਪਕ ਹੈ। ਉਹ ਤੇ ਹਰ ਥਾਂ ਤੇ ਬੈਠਾ ਹੈ, ਬੰਦਾ ਤੇ ਇੱਕ ਥਾਂ ਤੇ ਬੈਠਾ ਹੈ। ਜਿੰਨੀ ਕੁ ਉਹਦੀ ਸੋਚ ਹੈ, ਬੁੱਧੀ ਹੈ, ਉਨੀ ਕੁ ਉਹਨੂੰ ਸਮਝ ਹੈ। ਪਰ ਪਰਮੇਸ਼ਰ ਵਾਹਿਗੁਰੂ ਤੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤਾਂ ਐਸਾ ਵਾਹਿਗੁਰੂ ਜਿਹੜਾ ਸਮਰੱਥ ਹੈ, ਖਿਨਮੈ ਥਾਪ ਉਤਾਪ ਦਾ ਤਿਸ ਬਿਨ ਨਹੀਂ ਕੋਈ। ਉਹਦੇ ਵਿੱਚ ਜੀਵ ਪੁਣੇ ਦੇ ਧਰਮ ਨਹੀਂ ਆਉਂਦੇ। ਉਹ ਆਮ ਬੰਦਿਆਂ ਵਾਂਗ, ਆਮ ਦੁਨਿਆਵੀ ਲੋਕਾਂ ਵਾਂਗ ਜੰਮਣ ਮਰਨ, ਖੁਸ਼ੀ ਗਮੀ, ਆਉਣਾ ਜਾਣਾ, ਅਲਪੱਗਤਾ, ਪ੍ਰਸ਼ਿੰਨਤਾ, ਹਰਕ ਸੋਗ, ਭੁੱਖ ਪਿਆਸ, ਇਹ ਜਿੰਨੇ ਜੀਵਾਂ ਦੇ ਧਰਮ ਨੇ ਇਹਨਾਂ ਤੋਂ ਆ ਰਹਿਤ ਹੈ। ਤਾਂ ਉਹ ਕੀ ਹੈ? ਵਾਹਿਗੁਰੂ ਪਰਮੇਸ਼ਰ ਅਭੂਤ ਹੈ, ਅਛੂਤ ਹੈ। ਛੂਤ ਦਾ ਅਰਥ ਹੁੰਦਾ ਛੋਹਣਾ, ਸਪਰਸ਼ ਕਰਨਾ। ਜਿਵੇਂ ਸਾਡੀ ਜਿਹੜੀ ਚਮੜੀ ਹੈ, ਇਹ ਚਮੜੀ ਦਾ ਸਾਡੀ ਦਾ ਧਰਮ ਹੈ ਕਿ ਇਹਨੂੰ ਸਰਦੀ ਗਰਮੀ ਮਹਿਸੂਸ ਹੁੰਦੀ ਹੈ। ਇਹ ਚਮੜੀ ਦਾ ਧਰਮ ਹੈ। ਜਿਹੜੀ ਚੀਜ਼ ਤੁਹਾਨੂੰ ਦੱਸਦੀ ਪਈ ਹੈ ਨਾ ਵੀ ਹੁਣ ਸਰਦੀ ਹੈ, ਆਹ ਜਾਂ ਗਰਮੀ ਹੈ, ਜਾਂ ਆਹ ਵਸਤੂ ਠੰਡੀ ਹੈ, ਆਹ ਤੱਤੀ ਹੈ, ਕਠੋਰ ਹੈ, ਨਰਮ ਹੈ, ਇਹ ਚਮੜੀ ਦੇ ਧਰਮ ਮੰਨੇ ਨੇ। ਜਿਵੇਂ ਕਿਸੇ ਚੀਜ਼ ਨੂੰ ਹੱਥ ਲਾ ਕੇ ਜਾਂ ਸਪਰਸ਼ ਕਰਕੇ ਦੇਖ ਲਈਦਾ ਹੈ ਵੀ ਕਠੋਰ ਹੈ ਕਿ ਨਰਮ। ਇਦਾਂ ਵਾਹਿਗੁਰੂ ਪਰਮੇਸ਼ਰ ਕੋਈ ਇਦਾਂ ਦਾ ਪਦਾਰਥ ਨਹੀਂ ਵੀ ਜਿਹਨੂੰ ਤੁਸੀਂ ਹੱਥ ਲਾ ਕੇ ਵੇਖ ਲਓ। ਛੋਹਣ ਤੋਂ ਆ ਰਹਿਤ ਹੈ, ਸਪਰਸ਼ ਤੋਂ ਉਹ ਵਾਹਿਗੁਰੂ ਪਰਮੇਸ਼ਰ ਰਹਿਤ ਹੈ। ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਉਂਦੇ, ਅੱਖੀ ਬਾਝੋਂ ਦੇਖਣਾ ਵਿਣ ਕੰਨਾਂ ਸੁਣਨਾ, ਜੀਭੇ ਬਾਝੋਂ ਬੋਲਣਾ ਵਿਣ ਹੱਥਾਂ ਕਰਨਾ। ਜਾਂ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਉਹ ਵਾਹਿਗੁਰੂ ਛੋਹਣ ਦੇ ਧਰਮ ਤੋਂ, ਵੇਖਣ ਦੇ ਧਰਮ ਤੋਂ, ਸਪਰਸ਼ ਦੇ ਧਰਮ ਤੋਂ ਆ ਰਹਿਤ ਹੈ, ਅਛੂਤ ਹੈ। ਤੇ ਦੂਸਰਾ ਛੂਤ ਦਾ ਅਰਥ ਜਿਹੜਾ ਆਮ ਬੜਾ ਚੱਲਦਾ ਇਸ ਦੇਸ਼ ਦੇ ਵਿੱਚ, ਉਹ ਕੀ ਆ? ਛੂਤ ਛਾਤ। ਤੇ ਛੂਤ ਕੀ ਮੰਨੀ ਜਾਂਦੀ? ਅਪਵਿੱਤਰਤਾ, ਵੀ ਕਿਸੇ ਚੀਜ਼ ਦੀ ਭਿੱਟ ਲੱਗ ਜਾਣੀ।
ਕਿਸੇ ਨੇ ਹੱਥ ਲਾਤਾ ਤੇ ਉਹ ਪਿੱਟੀ ਜਾਣੀ, ਉਹਨੂੰ ਛੂਤ ਕਹਿ ਦਿੰਦੇ ਹਨ। ਤਾਂ ਹੇ ਅਕਾਲ ਪੁਰਖ ਜੀ, ਤੁਸੀਂ ਛੂਤ ਅਪਵਿੱਤਰਤਾ ਤੋਂ ਆ ਰਹਿਤ ਹੋ। ਉਹ ਠੀਕ ਹੈ ਵੀ ਬੰਦੇ ਨੇ ਇਸ਼ਨਾਨ ਨਹੀਂ ਕੀਤਾ, ਮਨੁੱਖ ਨੇ ਕੱਪੜੇ ਸਾਫ਼ ਨਹੀਂ ਪਾਏ, ਮੂਤ ਪਲੀਤੀ ਕੱਪੜ ਹੋਏ, ਕੱਪੜੇ ਮੈਲੇ ਹੋ ਸਕਦੇ ਨੇ, ਸਰੀਰ ਮੈਲਾ ਹੋ ਸਕਦਾ ਹੈ, ਮਨ ਮੈਲਾ ਹੋ ਸਕਦਾ ਹੈ, ਪਰ ਵਾਹਿਗੁਰੂ ਦਾ ਨਾਮ ਥੋੜ੍ਹੀ ਮੈਲਾ ਹੋ ਸਕਦਾ। ਉਹ ਤਾਂ ਸਤਿਗੁਰੂ ਜੀ ਨੇ ਮਰਿਆਦਾ ਬੰਨੀ ਆ, ਕਰ ਇਸਨਾਨ ਸਿਮਰ ਪ੍ਰਭ ਆਪਣਾ। ਕਿਉਂ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਸਰੀਰ ਸਾਫ਼ ਹੋਵੇ, ਬੁੱਧੀ ਫਰੈਸ਼ ਹੋਵੇ, ਦਿਮਾਗ ਫਰੈਸ਼ ਹੋਵੇ, ਆਰਾਮ ਕੀਤਾ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰੇ, ਆਲਸ ਨਾ ਪਵੇ, ਇਸ਼ਨਾਨ ਕਰਕੇ ਜਾਪ ਕਰੇ। ਪਰ ਕੋਈ ਇਹ ਤਾਂ ਨਹੀਂ ਨਾ ਕਹਿ ਸਕਦਾ ਵੀ ਕੱਪੜੇ ਝੂਠੇ ਹੋ ਗਏ ਜਾਂ ਗੰਦੇ ਹੋ ਗਏ, ਜਾਂ ਹੱਥ ਝੂਠੇ ਹੋ ਗਏ, ਸਾਫ਼ ਨਹੀਂ ਰਹੇ, ਗੰਦੇ ਹੋ ਗਏ। ਜ਼ੁਬਾਨ ਝੂਠੀ ਹੋ ਸਕਦੀ ਹੈ, ਗੰਦੀ ਹੋ ਸਕਦੀ ਹੈ, ਪਰ ਰੱਬ ਦਾ ਨਾਮ ਤਾਂ ਨਹੀਂ ਨਾ ਝੂਠਾ ਹੋ ਸਕਦਾ। ਰੱਬ ਤਾਂ ਨਹੀਂ ਅਪਵਿੱਤਰ ਹੋ ਸਕਦਾ। ਕਿਉਂ? ਜੇ ਵਾਹਿਗੁਰੂ ਹੀ ਅਪਵਿੱਤਰ ਹੋ ਗਿਆ ਤੇ ਤੈਨੂੰ ਕਿਹਨੇ ਪਵਿੱਤਰ ਕਰਨਾ ਹੈ? ਤਾਂ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਛੂਤ ਅਪਵਿੱਤਰਤਾ ਨਹੀਂ ਹੈ। ਦਸਵੇਂ ਪਾਤਸ਼ਾਹ ਤੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ, ਮਹਾਜੋਗ ਜੋਗੰ ਸੋ ਪਰਮੰ ਪਵਿੱਤਰ। ਉਹ ਜਿਹੜਾ ਜੋਗੀਆਂ ਦਾ ਜੋਗੀ ਹੈ, ਸੂਰਮਿਆਂ ਦਾ ਸੂਰਮਾ ਹੈ, ਉਹ ਪਵਿੱਤਰਾਂ ਦੇ ਵਿੱਚੋਂ ਵੀ ਪਵਿੱਤਰ ਹੈ। ਜਿਵੇਂ ਮਹਾਰਾਜ ਕਹਿੰਦੇ ਨਾ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਹੁਣ ਇਸੇ ਪੰਕਤੀ ਨੂੰ ਜੇ ਤੁਸੀਂ ਦਸਵੇਂ ਪਾਤਸ਼ਾਹ ਦੀ ਬਾਣੀ 'ਚ ਲੱਭਣਾ ਹੋਵੇ ਤਾਂ ਮਹਾਜੋਗ ਜੋਗੰ ਸੋ ਪਰਮੰ ਪਵਿੱਤਰ, ਉਹ ਪਵਿੱਤਰਾਂ ਦਾ ਵੀ ਪਵਿੱਤਰ ਹੈ ਵਾਹਿਗੁਰੂ ਪਰਮੇਸ਼ਰ ਜੀ। ਤਾਂ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਇੱਕ ਨਾਮ ਇਹ ਵੀ ਹੈ ਕਿ ਅਛੂਤ ਹੈ, ਅਪਵਿੱਤਰਤਾ ਤੋਂ ਰਹਿਤ ਹੈ ਉਹ ਪਰਮੇਸ਼ਰ। ਆਲੋਕ ਹੈ, ਅਸ਼ੋਕ ਹੈ। ਆਲੋਕ ਮੈਨੇ ਅਲੌਕਿਕ, ਅਸਚਰਜ ਚੀਜ਼, ਵਿਸਮਾਦ ਦੇ ਵਿੱਚ ਲਿਜਾਣ ਵਾਲੀ, ਜਿਹਨੂੰ ਦੇਖ ਕੇ ਜਿਵੇਂ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਅਲੌਕਿਕ ਅਸਚਰਜ ਚੀਜ਼ ਜਿਹੜੀ ਵਿਸਮਾਦ ਦੇ ਵਿੱਚ ਲੈ ਜੇ, ਉਹ ਵਾਹਿਗੁਰੂ ਪਰਮੇਸ਼ਰ ਜੀ ਕਿੱਦਾਂ ਦੇ ਹਨ? ਹੇ ਅਕਾਲ ਪੁਰਖ ਆਪ ਜੀ ਵਾਹਿਗੁਰੂ ਜੀਓ, ਆਪ ਅਲੌਕਿਕ ਅਸਚਰਜ ਸਰੂਪ ਹੋ, ਅਚਰਜ ਰੂਪ ਹੋ, ਜਾਂ ਅਲੋਕ ਹੈ। ਪਾਠ ਤੇ ਹੈ ਅਲੋਕੀ, ਪਰ ਅਰਥ ਕਰਨ ਲੱਗਿਆਂ ਮਹਾਪੁਰਸ਼ ਅਨਵੈ ਕਰਕੇ ਇਸ ਤਰ੍ਹਾਂ ਵੀ ਕਰਦੇ ਨੇ ਵੀ ਅੱਲੋ ਕੱਕਾ ਅੱਗੇ ਲੈ ਜਾਂਦੇ ਕਹਿ। ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਨਾਮ ਦੁਨੀਆ ਅੱਲਾ ਵੀ ਕਹਿੰਦੀ ਹੈ, ਅੱਲੋ ਕਹੇ। ਅੱਲਾ ਮੈਨੇ ਜਿਹੜਾ ਇੱਕ ਹੈ, ਜਿਹਦੇ ਬਰਾਬਰ ਹੋਰ ਕੋਈ ਨਹੀਂ ਤੇ ਸਭ ਕੁਝ ਕਰਨ ਵਾਲਾ ਹੈ, ਉਹਨੂੰ ਅੱਲਾ ਕਿਹਾ ਜਾਂਦਾ ਹੈ। ਜਿਵੇਂ ਸਤਿਗੁਰੂ ਕਹਿੰਦੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਤਾਂ ਉਹਨੂੰ ਅੱਲਾ ਵੀ ਕਿਹਾ ਜਾਂਦਾ ਹੈ। ਅਸ਼ੋਕ ਹੈ। ਹੇ ਅਕਾਲ ਪੁਰਖ ਜੀ, ਆਪ ਸ਼ੋਕ ਤੋਂ, ਦੁੱਖ ਤੋਂ, ਸੋਗ ਤੋਂ ਰਹਿਤ ਹੋ। ਜਿਵੇਂ ਸਰੀਰਕ ਦੁੱਖ ਹੈ, ਸੱਟ ਤੇ ਵੱਜੀ ਸਰੀਰ ਤੇ, ਉਹ ਹੋਇਆ ਦੁੱਖ। ਪਰ ਜਿਹੜੀ ਚੀਜ਼ ਮਨ ਨੇ ਮਹਿਸੂਸ ਕੀਤੀ, ਜਦੋਂ ਮਨ ਦੁਖੀ ਹੋਇਆ, ਉਹ ਕੀ ਹੋਇਆ? ਸ਼ੋਕ। ਜਦੋਂ ਮਨ ਦੁਖੀ ਹੋਵੇ ਉਹ ਸ਼ੋਕ, ਜਦੋਂ ਸਰੀਰ ਦੁਖੀ ਹੋਵੇ ਉਹ ਹੋ ਗਈ ਸੱਟ, ਹੋ ਗਈ ਜ਼ਖਮ, ਹੋ ਗਿਆ ਦੁੱਖ, ਹੋ ਗਿਆ। ਤਾਂ ਸ਼ੋਕ ਕਿਸੇ ਚੀਜ਼ ਦੇ ਜਾਣ ਤੇ ਹੁੰਦਾ ਹੈ, ਕਿਸੇ ਵਸਤੂ ਦੇ, ਕਿਸੇ ਪਦਵੀ ਤੇ ਮਾਇਆ ਤੇ ਜਾਣ ਤੇ ਇਹ ਸ਼ੋਕ ਪੈਦਾ ਹੁੰਦਾ ਹੈ। ਜਿਵੇਂ ਕੋਈ ਬਹੁਤਾ ਪਿਆਰਾ ਚੜ੍ਹਾਈ ਕਰ ਗਿਆ ਤਾਂ ਮਨ ਦੇ ਵਿੱਚ ਜਿਹੜੀ ਬਿਰਤੀ ਪੈਦਾ ਹੋਈ, ਬਿਰਤੀ ਮਨ ਨੇ ਪੈਦਾ ਕੀਤੀ, ਉਹਦੇ ਜਾਣ ਕਰਕੇ, ਉਹਦੇ ਵਿਛੋੜੇ ਕਰਕੇ, ਉਹ ਕੀ ਹੈ? ਸ਼ੋਕ, ਦੁੱਖ। ਤਾਂ ਵਾਹਿਗੁਰੂ ਪਰਮੇਸ਼ਰ ਜੀ ਇਹ ਸ਼ੋਕ, ਇਹਨੂੰ ਦਵੰਦਵਾਦ ਵੀ ਕਹਿੰਦੇ ਨੇ। ਇਹ ਦੋ ਚੀਜ਼ਾਂ ਚੱਲਦੀਆਂ ਨਾ, ਜਿਵੇਂ ਰਾਤ ਤੇ ਦਿਨ, ਇਹ ਕੀ ਹੋ ਗਏ? ਦੋ ਜੋੜੇ ਦਵੰਦ, ਖੁਸ਼ੀ ਗਮੀ, ਹਰਖ ਸੋਕ, ਆਉਣਾ ਜਾਣਾ, ਜੰਮਣਾ ਮਰਨਾ। ਇਸ ਕਰਕੇ ਸੰਸਾਰ ਨੂੰ ਦਵੈਤ ਵੀ ਕਿਹਾ ਨਾ। ਤੇ ਦਵੈਤ ਦਾ ਹੌਲੀ ਹੌਲੀ ਕੀ ਸ਼ਬਦ ਬਣ ਗਿਆ ਸਾਡੀ ਭਾਸ਼ਾ 'ਚ? ਦੁਨੀਆ, ਦੋ ਨੀਹਾਂ।
ਜਿੱਥੇ ਦੋ ਚੀਜ਼ਾਂ ਚੱਲਦੀਆਂ ਨੇ ਤੇ ਚੱਲਦੀਆਂ ਰਹਿਣਗੀਆਂ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ, ਤੇ ਇਹ ਚੱਲਦੇ ਰਹਿਣਗੇ ਕਿਉਂਕਿ ਦੁਨੀਆ ਚੱਲਦੀ ਇੱਥੇ। ਤਾਂ ਦਵੰਦਵਾਦ ਕਹਿ ਦਿੰਦੇ ਨੇ, ਦੁੰਦਵਾਦ ਕਹਿ ਦਿੰਦੇ ਨੇ, ਦਵੈਤ ਕਹਿ ਦਿੰਦੇ ਨੇ। ਤਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਵੰਦਵਾਦ ਨਹੀਂ, ਹਰਖ ਸ਼ੋਕ ਨਹੀਂ। ਗੁਰਬਾਣੀ ਨੇ ਤੇ ਇਹ ਵੀ ਮੰਨਿਆ ਹੈ ਕਿ ਜਿਹੜੇ ਨਾਮ ਜਪਣ ਵਾਲੇ ਮਹਾਤਮਾ ਨੇ ਉਹਨਾਂ ਵਿੱਚ ਵੀ ਇਹ ਚੀਜ਼ ਨਹੀਂ, ਕਿਸੇ ਚੀਜ਼ ਦੇ ਆਉਣ ਕਰਕੇ ਹਰਖ ਨਹੀਂ ਤੇ ਕਿਸੇ ਚੀਜ਼ ਦੇ ਜਾਣ ਕਰਕੇ ਸ਼ੋਕ ਨਹੀਂ, ਇਹ ਵੀ ਉਹਨਾਂ ਦੇ ਵਿੱਚ ਨਹੀਂ। ਹੁਣ ਸਤਿਗੁਰੂ ਨੌਵੇਂ ਪਾਤਸ਼ਾਹ ਇਸ ਗੱਲ ਦੀ ਗਵਾਹੀ ਦਿੰਦੇ ਨੇ ਵੀ ਮੁਕਤ ਕੌਣ ਹੈ। ਹੁਣ ਆਪਣੇ ਸਿੱਖਾਂ ਵਿੱਚ ਇੱਕ ਆਦਤ ਚੱਲ ਪਈ ਨਾ ਵੀ ਜਿਹੜਾ ਵੀ ਮਹਾਤਮਾ ਚੜ੍ਹਾਈ ਕਰੇ ਉਹਨੂੰ ਫਿਰ ਇਹ ਬਾਅਦ ਚ ਬ੍ਰਹਮ ਗਿਆਨੀ ਲਿਖਣ ਲੱਗ ਪੈਂਦੇ, ਹੌਲੀ ਹੌਲੀ ਹਰੇਕ ਨੂੰ ਹੀ ਲਿਖਣ ਲੱਗ ਪੈਂਦੇ। ਤਕਰੀਬਨ ਜਿੰਨੇ ਵੀ ਸੰਤ ਮਹਾਤਮਾ ਚੜ੍ਹਾਈ ਕੀਤੀ ਉਹਨਾਂ ਨੇ ਭਾਵੇਂ ਸਾਰੀ ਉਮਰ ਨਿਮਰਤਾ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਕੱਟੀ ਹੋਵੇ, ਪਰ ਚੜ੍ਹਾਈ ਕਰਨ ਤੋਂ ਬਾਅਦ, ਮੌਤ ਤੋਂ ਬਾਅਦ ਉਹਨੂੰ ਬ੍ਰਹਮ ਗਿਆਨੀ ਦੀ ਡਿਗਰੀ ਦਿੰਦੇ। ਜਿਉਂਦੇ ਜੀ ਨਹੀਂ ਇਹ ਮਿਲਦੀ ਕਿਸੇ ਨੂੰ। ਹੁਣ ਤੁਸੀਂ ਹੈਰਾਨ ਹੋਵੋਗੇ ਨੌਵੇਂ ਪਾਤਸ਼ਾਹ ਦੀ ਨਿਗਾਹ ਦੇ ਵਿੱਚ ਮੁਕਤ ਕੌਣ ਹੈ। ਤਾਂ ਸਤਿਗੁਰੂ ਕਹਿੰਦੇ ਮੁਕਤ ਦੀ ਨਿਸ਼ਾਨੀ ਇਹ ਹੈ, ਮਰਨ ਤੋਂ ਬਾਅਦ ਕੀ ਪਤਾ ਲੱਗਣਾ ਵੀ ਮੁਕਤ, ਸਾਨੂੰ ਕੀ ਪਤਾ ਲੱਗਣਾ ਮੁਕਤ ਆ ਕਿ ਨਹੀਂ ਮੁਕਤ, ਉਹ ਤਾਂ ਵਾਹਿਗੁਰੂ ਜਾਣੇ ਜਾਂ ਉਹ ਜਾਣੇ। ਜਿਉਂਦੇ ਜੀ ਵੇਖਣਾ ਹੋਵੇ ਵੀ ਆਹ ਜਿਹੜਾ ਸੰਤ ਹੈ ਮੁਕਤ, ਤਾਂ ਉਹਦੀਆਂ ਕੁਝ ਨਿਸ਼ਾਨੀਆਂ ਨੌਵੇਂ ਪਾਤਸ਼ਾਹ ਨੇ ਗੁਰਬਾਣੀ ਵਿੱਚ ਦੱਸੀਆਂ ਵੀ ਤੁਸੀਂ ਨਾ ਉਹਨੂੰ ਜਿਉਂਦੇ ਜੀ ਦੇਖ ਸਕਦੇ ਹੋ ਇਹਨਾਂ ਨਿਸ਼ਾਨੀਆਂ ਨਾਲ, ਚਿੰਨ੍ਹਾਂ ਨਾਲ ਵੀ ਇਹ ਮੁਕਤ ਆ ਕਿ ਬੰਧਨ ਚ। ਉਹ ਨਿਸ਼ਾਨੀਆਂ ਕੀ ਆ? ਤਾਂ ਨੌਵੇਂ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਕੀ ਉਹ ਦੁੱਖ ਦੇ ਵਿੱਚ ਦੁਖੀ ਹੁੰਦਾ ਹੈ? ਅੱਛਾ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਕੀ ਸੁੱਖ ਕਰਕੇ ਉਹ ਆਲਸੀ ਹੁੰਦਾ ਵਾ? ਕਿਉਂ ਜਦੋਂ ਜ਼ਿਆਦਾ ਸੁੱਖ ਮਿਲ ਜਾਂਦਾ ਬੰਦੇ ਨੂੰ ਉਹ ਆਲਸੀ ਹੋ ਜਾਂਦਾ, ਉਹਦਾ ਨਿਤਨੇਮ ਘਟ ਜਾਂਦਾ ਵਾ, ਉਹਦਾ ਜਪ ਤਪ ਘਟ ਜਾਂਦਾ ਵਾ, ਉਹਦੀ ਮਰਿਆਦਾ ਘਟ ਜਾਂਦੀ। ਕੀ ਸੁੱਖ ਨੇ ਉਹਨੂੰ ਆਲਸੀ ਬਣਾਇਆ, ਮਰਿਆਦਾ ਤੋਂ ਪਿੱਛੇ ਹਟਾਤਾ? ਔਰ ਮਹਾਰਾਜ ਕੀ ਕਹਿੰਦੇ ਨੇ? ਕੰਚਨ ਮਾਟੀ ਮਨ। ਸੋਨਾ ਤੇ ਮਿੱਟੀ ਜੀ ਦੀ ਨਿਗਾਹ ਦੇ ਵਿੱਚ ਇੱਕ ਬਰਾਬਰ ਹੈ। ਇਹ ਬੜੀ ਵੱਡੀ ਗੱਲ ਹੈ, ਕਹਿਣੀ ਕਿੱਡੀ ਸੌਖੀ ਹੈ, ਪਰ ਨੌਵੇਂ ਪਾਤਸ਼ਾਹ ਦਾ ਪਵਿੱਤਰ ਬਚਨ ਕੰਚਨ ਮਾਟੀ ਮਨ। ਫਿਰ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਪਮਾਨਾ। ਜਿਹਦੇ ਉੱਤੇ ਨਿੰਦਿਆ ਉਸਤਤ ਦਾ ਕੋਈ ਅਸਰ ਨਹੀਂ। ਇਹ ਸਿਰਫ ਸੁਣਨ ਵਾਲੀ ਗੱਲ ਨਹੀਂ ਹੈ ਵੀ ਕੋਈ ਬੰਦਾ ਵਾ ਉਹ ਆਉਂਦਾ ਵਾ ਉਹਦੇ ਗਲਾਂ 'ਚ ਫੁੱਲਾਂ ਦਾ ਹਾਰ ਪਾਓ, ਸਿਰ ਤੇ ਉਹਦੇ ਸਿਹਰੇ ਜਾਂ ਫੁੱਲਾਂ ਦੀ ਵਰਖਾ ਕਰੋ, ਹੋਰ ਬੈਂਡ ਬਾਜੇ, ਕਿੰਨਾ ਸਤਿਕਾਰ ਹੋਵੇ, ਮਾਣ ਹੋਵੇ। ਹੁਣ ਇੰਨੇ ਸਤਿਕਾਰ 'ਚੋਂ ਕਿੱਡਾ ਖੁਸ਼ ਹੋਵੇਗਾ। ਤੇ ਦੂਸਰੇ ਬੰਨੇ ਜੇ ਨਿੰਦਿਆ ਹੋ ਜਾਵੇ ਤੇ ਫਿਰ ਕਿੰਨਾ ਦੁਖੀ ਹੋਵੇਗਾ। ਇਹ ਤੋਂ ਉਲਟ ਬਿਲਕੁਲ। ਤਾਂ ਨਿੰਦਿਆ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਉਸਤਤ ਤੇ ਚਲੋ ਕਰਦੀ ਹੈ ਨਾ, ਫਿਰ ਉਸਤਤ ਖਾਣ ਦਾ ਸ਼ੌਕੀਨ ਹੋ ਜਾਂਦਾ ਹੈ। ਰੋਜ਼ ਵੀ ਉਸਤਤ ਹੋਣੀ ਚਾਹੀਦੀ। ਮਹਾਤਮਾ ਸਾਧੂ ਲੋਕ ਕਹਿੰਦੇ ਵੀ ਜਿਹੜੀ ਭਗਤੀ ਦਿਖਾਵੇ ਦੀ ਆ ਨਾ ਉਹ ਜ਼ਿਆਦੀ ਹੁੰਦੀ ਹੈ, ਤੇ ਜਿਹੜੀ ਕੱਲੀ ਬਹਿ ਕੇ ਇਕਾਗਰ ਚਿੱਤ ਹੋ ਕੇ ਕਰੀ ਦੀ ਉਹ ਕਠਨ ਹੁੰਦੀ। ਕਿਉਂ? ਹੁਣ ਮੰਨ ਲਓ ਸਿਆਲਾਂ ਦੇ ਦਿਨ ਹੀ ਹੈ, ਜੇ 5-7 ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਤੁਸੀਂ ਇਸ਼ਨਾਨ ਕਰਦੇ ਹੋ ਤੇ 5-7 ਬੰਦੇ ਜਾਣੇ ਦੇਖ ਰਹੇ ਆ ਬਈ ਬਾਬਾ ਠੰਡੇ ਪਾਣੀ ਨਾਲ ਨਹਾਉਂਦਾ, ਤੁਸੀਂ ਤਿੜ ਕੇ ਨਹਾਉਣਾ ਵੀ ਵੇਖਦੇ ਪਏ ਆ ਮੈਨੂੰ ਤੇ ਠੰਡ ਲੱਗਦੀ ਨਹੀਂ। ਤੇ ਜੇ ਇਹੀ ਇਹਨੇ ਕੱਲੇ ਨੇ ਕਮਰੇ 'ਚ ਇਸ਼ਨਾਨ ਕਰਨਾ ਹੋਵੇ, ਭਾਵੇਂ ਗੀਜਰ ਤੋਂ ਬਿਨਾਂ ਇਹ ਪਾਣੀ ਵੀ ਹੱਥਾਂ ਦੇ ਪਾਉਂਦਾ, ਵਿਖਾਵੇ ਦੇ ਵਿੱਚ ਸ਼ਕਤੀ ਜ਼ਿਆਦੀ ਹੁੰਦੀ, ਵਿਖਾਵੇ ਦੇ ਵਿੱਚ ਤਾਕਤ ਜ਼ਿਆਦੀ ਹੁੰਦੀ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇੱਕ ਜਗ੍ਹਾ ਐਸੀ ਗਏ ਸੀ ਜਿੱਥੇ ਕਹਿੰਦੇ ਸੀ ਕਿ ਇੱਕ ਸਾਧੂ ਹੈ ਜਿਹੜਾ 6 ਮਹੀਨੇ ਅੰਨ ਨਹੀਂ ਖਾਂਦਾ, ਤੇ ਅੰਨ ਤੋਂ ਬਿਨਾਂ ਤੇ ਸਰੀਰ ਰਹਿੰਦਾ ਨਹੀਂ, ਸਰੀਰ ਦੀ ਮੌਤ। ਤੇ ਜਦੋਂ ਉਹ ਆਪਣੇ ਭੋਰੇ ਦੇ ਵਿੱਚੋਂ ਬਾਹਰ ਆਉਂਦਾ ਹੈ ਉਦੋਂ ਕੀ ਹੁੰਦਾ ਵੀ ਫਿਰ ਬਹੁਤ ਵੱਡਾ ਮੇਲਾ ਲੱਗਦਾ, ਵੀ ਦੁਨੀਆ ਵੇਂਦੀ ਵੀ ਕਮਾਲ ਹੋ ਗਈ, ਵੀ ਬੰਦੇ ਨੇ ਰੋਟੀ ਛੱਡੀ ਹੈ।
महाराज ने फिर की कीता, महाराज ने एक बारी होका देता, कहते ऐरकी उन्हें बाहर नहीं आना श्री गुरु नानक देव साहब ने। ते भाई मरदाने बाले नूं कहंदे तैनूं दिखाउने की खांदा है। हुण जदों होका दे दिता गया भी संत ने बाहर ही नहीं आना ते मेला लगा ही ना, ते जदों मेला ना लगा उधरों उन्हें बाहर निकलना सी। जदों बाहर आया ना कोई वाजियां वाला, ना कोई हारां वाला, ना कोई मत्था टेकण वाला, ना कोई पूजा वाला, ना उस्तत वाला, वो संत बेहोश हो के डिग पिया। तां महाराज कहंदे माण दी खुराक खांदा, जिहड़ी चीज विखा के आपां करदे ना, विखा के वो थोड़ी ज़्यादा हो जाती है, लोड़ तो वध हो जाती। पता तो उदों लगता जदों कहण वाला कोई नहीं, वेखण वाला कोई नहीं, रोकण वाला कोई नहीं, टोकण वाला कोई नहीं, ते पूरी स्वतंत्रता वा, जो तू करना कर। ते उदों भी मर्यादा विच रवे, नितनेम च नागा ना पवे, भजन बंदगी दे विच चित्त जुड़िया होवे। नहीं तो जदों सारी संगत बैठी हुंदी है, कई मेरे अरगे आण के मूहरे बह के अगे बह के अखां मीच लैणगे, गोडियां ते हत्थ इदां रखे हुंदे जिद्दां दसम दवार च सुरत चढ़ी हुंदी है। तां इहड़ा विखावा इहदे विच ताकत बहुत ज़्यादा है। विखावे दा मारा हुण तुसीं बाहरले देशां च वेखो, कई उत्थे सज्जण किन्नी बर्फ पैंदी है, उन्हां दीयां झीलां, उन्हां दे दरिया, उन्हां दीयां नदियां जम पैंदियां ने। वो नदियां जम जांदियां ते वो जम्मे होए पानी नूं जिथे थोड़ा बहुता पानी उहदे विच खलो के फिर वो चैरिटी वास्ते पैसे इकट्ठे करते। कोई अद्धा घंटा बर्फ वाले पानी च खलो जाता, कोई 40 मिनट खलोंदा। इदां रिकॉर्ड बनाए उन्होंने। तां वो विखावे दे विच ताकत बड़ी हुंदी भी इन्नी दुनिया मैनूं वेंदी पई है। तां महाराज कहंदे आ भी ये निंदिया उस्तत दा असर सारियां ते ही पैंदा, पर विरले ही होणगे जिहड़े विखावे तो रहत होणगे, माण वडियाई तो रहत होणगे, उस्तत तो रहत होणगे, जिन्हां उत्ते पूरा असर पवेगा। ऐसे संत बहुत घट देखण नूं मिल। कलकत्ते दी गल है, पुराणे सिंह सुणाउंदे ने कि श्रीमान संत बाबा गुरबचन सिंह जी खालसा भिंडरांवाले उत्थे महीना महीना कथा करते हुंदे सन। तां दूसरे बन्ने होर कोई भी प्रचारक आया होवेगा ते प्रचारक दे शब्दां च परचा बड़ा हुंदा ना, फिर इधर उधर दीयां गल्लां, फिर लैक्चर बने हुंदे आ ते दुनिया चंगी बंद आ। वो चित चंगा प्रचारक परचा लैंदे अपने शब्दां च। हुण संतां वेले बड़ी संगत इकट्ठी हुंदी, जिदण वो कोई सज्जण प्रचारक आया होवेगा ते वो गुरसिख पुराणे दसदे ने, गुरमुख दसदे ने कि फिर संतां कोले ते उन्ने की रह गए, एक दो पुराणी कथा सुनन वाले, बाकी जिहड़ा 100-150 सिंह विद्या पढ़दा सी ओहो ही बस। तां वो संतां दी जिहड़ी कथा सी, कहंदे उदण ऐसे रास वाली होई कि जिदण सारा हाल भरिया हुंदा सी उत्तों भी सोहणी होई। क्यों? कथा कादे वास्ते आ? रब वास्ते आ ते अपने मन वास्ते, दूसरे नूं सुणाउण वास्ते की। तां उन्हां दी कथा दे रस विच फर्क नहीं पिया। ते आम जिहड़ा विद्वान सज्जण हुंदा है, जे ते 10 बंदे अगे बैठे फिर ते आउंदियां उत्तों ही वाहियां, शुरलियां ही आउंदियां फिर ते जे कोई नहीं बैठा ते जे कह दईए ना ते कहंदा गुर दरबार च ते कोई नहीं आ, कथा करन नूं भी मौत पैंदी है, भी कल्ला कर सकदा रोज बिना नागे तो। तां इह निंदिया उस्तत कहणी बड़ी सौखी गल है, पर इह तों बचण वाले कोई विरले हन। तां महाराज कहंदे जिन्हां ते निंदिया उस्तत दा असर नहीं है, मान अपमान दा असर नहीं आ, आसा मनसा दा असर नहीं है, ऐसे गुरसिख जिउंदे जी मुक्त मन्ने जांदे। ये मनने चाहिए ने कि भी ये मुक्त हन। तां सच्चे पातशाह की कहंदे, पंजवें पातशाह दा भी इसे तरह दा शब्द सुखमणी साहब च, प्रभ की आग्या आत्म हटावै, जीवन मुक्त सो कहावै, तैसा हरख तैसा सोग, सदा आनंद तह नहीं वियोग, तैसा स्वर्ण तैसी उस माटी, तैसा अमृत तैसी बिख खाटी, तैसा मान तैसा बमान।
ਤਾਂ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਸ਼ੋਕ ਮੈਨੇ ਧੁੰਦਵਾਦ ਨਹੀਂ ਹੈ, ਦਵੈਤ ਨਹੀਂ ਹੈ ਉੱਥੇ। ਵਾਹਿਗੁਰੂ ਪਰਮੇਸ਼ਰ ਜੀ ਕਿੱਦਾਂ ਦੇ ਨੇ? ਅਸ਼ੋਕ ਹੈ, ਹੇ ਅਕਾਲ ਪੁਰਖ ਜੀ ਤੂੰ ਦੁੱਖ ਸੁਖ ਖੁਸ਼ੀ ਗਮੀ ਹਰਕ ਸ਼ੋਕ ਐਸੇ ਧੁੰਦਵਾਦ ਤੋਂ ਆਪ ਜੀ ਰਹਿਤ ਹੋ। ਅਕਰਮ ਹੈ, ਹੇ ਅਕਾਲ ਪੁਰਖ ਜੀ ਤੂੰ ਕਰਮਾਂ ਦੀ ਅਧੀਨਤਾ ਤੋਂ ਰਹਿਤ ਹੈ। ਹਰ ਬੰਦਾ ਕਰਮਾਂ ਦੇ ਅਧੀਨ ਹੈ ਤੇ ਕਰਮ ਤਿੰਨ ਤਰ੍ਹਾਂ ਦੇ ਮੰਨੇ ਨੇ, ਸੰਚਿਤ ਕਿਰੇਮਾਨ ਤੇ ਪਰਾਲਬਧ। ਤੇ ਕਰਮ ਦਾ ਫਲ ਉਹਨੂੰ ਭੋਗਣਾ ਪੈਂਦਾ ਜਿਹਨੂੰ ਇੱਕ ਤਿੰਨ ਕਰਮ ਹੋ ਗਏ, ਸੰਚਿਤ ਕਿਰੇਮਾਨ ਸੰਚਿਤ ਤੇ ਪਰਾਲਬਧ। ਸ਼ੁਰੂਆਤ ਕਿਰੇਮਾਨ ਤੋਂ ਹੋਈ, ਉਹ ਜੁੜ ਕੇ ਉਹੀ ਪਰਾਲਬਧ ਅੱਗੇ। ਹੁਣ ਇਹਨਾਂ ਦੀ ਵਿਆਖਿਆ ਬਹੁਤ ਜ਼ਿਆਦੀ ਹੈ। ਗੀਤਾ ਵਿੱਚ ਭਗਵਾਨ ਕਹਿੰਦੇ ਕਰਮ ਨਾਮ ਗਹਿਨੋ ਗਤੀ। ਇਹ ਕਰਮਾਂ ਦਾ ਤੇ ਬਹੁਤ ਗਹਿਣ ਕੰਮ ਹੈ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਇੱਥੇ ਕੁਝ ਨਹੀਂ ਪਤਾ ਲੱਗਦਾ ਕਰਮਾਂ ਦਾ ਫਲ ਕੀ ਮਿਲਦਾ ਕਿਸੇ ਨੂੰ। ਹੁਣ ਕਰਮ ਤਾਂ ਤਿੰਨ ਨੇ, ਕਿਰੇਮਾਨ ਸੰਚਿਤ ਤੇ ਪਰਾਲਬਧ। ਪਰ ਇਹਨਾਂ ਨਾਲ ਇੱਕ ਚੀਜ਼ ਹੋਰ ਜ਼ਰੂਰੀ ਆ, ਉਹ ਕੀ ਹੈ? ਇਹ ਚੰਗੇ ਮਾੜੇ ਦੀ ਖਬਰ। ਕਰਮ ਤੇ ਪਸ਼ੂ ਵੀ ਕਰਦਾ ਪਰ ਉਹਨੂੰ ਫਲ ਨਹੀਂ ਭੋਗਣਾ ਪੈਂਦਾ। ਜਿਹਨੂੰ ਪਤਾ ਵਾ ਵੀ ਆਹ ਚੀਜ਼ ਚੰਗੀ ਆ ਆਹ ਮਾੜੀ ਆ, ਉਹਦੇ ਤੇ ਕਰਮ ਲਾਗੂ ਹੁੰਦਾ। ਹੁਣ ਕਰਮ ਤੇ ਬੱਚਾ ਵੀ ਕਰਦਾ ਪਰ ਉੱਤੇ ਨਹੀਂ ਕਰਮ ਦਾ ਫਲ ਲਾਗੂ ਹੁੰਦਾ। ਉਹੀ ਬੱਚਾ ਜਦੋਂ ਵੱਡਾ ਹੋ ਜਾਊਗਾ ਉਹਨੂੰ ਖਬਰ ਆ ਜਾਣੀ ਆ ਚੰਗਾ ਕੀ ਆ ਮਾੜਾ ਕੀ ਆ, ਪਾਪ ਕੀ ਆ ਪੁੰਨ ਕੀ ਆ, ਤਾਂ ਫਿਰ ਉਹਦੇ ਉੱਤੇ ਕਰਮ ਦਾ ਫਲ ਲਾਗੂ ਹੋਊਗਾ। ਚੰਗੇ ਕਰੂਗਾ ਤੇ ਚੰਗਾ ਮਿਲੇਗਾ, ਕਿਉਂ ਇੱਥੇ ਕਰਮਾਂ ਦੀ ਧਰਤੀ ਹੈ, ਮਾੜਾ ਕਰੇਗਾ ਤੇ ਮਾੜਾ ਮਿਲੇਗਾ। ਪਰ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਕਰਮਾਂ ਦੇ ਅਧੀਨ ਨਹੀਂ, ਉਹਦੇ ਉੱਤੇ ਕਰਮਾਂ ਦਾ ਫਲ ਲਾਗੂ ਨਹੀਂ ਹੁੰਦਾ ਹੈ, ਉਹ ਕਰਮ ਤੋਂ ਆ ਰਹਿਤ ਹੈ। ਸਤਿਗੁਰੂ ਕਹਿੰਦੇ ਅਲਖ ਅਪਾਰ ਅਗੰਮ ਅਗੋਚਰ ਦਾਤ ਇਸ ਕਾਲ ਨਾ ਕਰਮਾ। ਆ ਭਰਮ ਹੈ, ਹੇ ਅਕਾਲ ਪੁਰਖ ਜੀ ਆਪ ਹਰ ਪ੍ਰਕਾਰ ਦੇ ਭਰਮਾਂ ਤੋਂ ਰਹਿਤ ਹੋ। ਜੇ ਕਰਮ ਭਰਮ ਨਹੀਂ ਜਾਤ ਪਾਤ, ਨਹੀਂ ਨੇਹ ਗੇਹ, ਨਹੀਂ ਪਿੱਤਰ ਮਾਤ। ਵਾਹਿਗੁਰੂ ਵਿੱਚ ਕਿਸੇ ਪ੍ਰਕਾਰ ਦਾ ਭਰਮ ਨਹੀਂ, ਭਰਮ ਤੋਂ ਰਹਿਤ ਹੈ ਤੇ ਆਪਣੇ ਪਿਆਰਿਆਂ ਨੂੰ ਵੀ ਭਰਮ ਤੋਂ ਰਹਿਤ ਕਰ ਦਿੰਦੇ ਹਨ। ਫਿਰ ਹਰ ਜਗ੍ਹਾ ਤੇ ਉਹਦੇ ਵਾਹਿਗੁਰੂ ਜੀ ਦੇ, ਪਰਮੇਸ਼ਰ ਦੇ, ਗੁਰੂ ਸਾਹਿਬ ਦੇ ਹੀ ਦਰਸ਼ਨ ਉਹਨਾਂ ਨੂੰ ਹੁੰਦੇ ਹਨ। ਅਜੀਤ ਹੈ, ਅਭੀਤ ਹੈ, ਅਵਾਹ ਹੈ, ਅਗਾਹ ਹੈ। ਅਜੀਤ ਹੈ ਅਕਾਲ ਪੁਰਖ ਜੀ ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਹੈ। ਅਭੀਤ, ਭੀਤ ਕਹਿੰਦੇ ਖੌਫ ਨੂੰ। ਹੇ ਵਾਹਿਗੁਰੂ ਪਰਮੇਸ਼ਰ ਜੀ ਆਪ ਹਰ ਪ੍ਰਕਾਰ ਦੇ ਖੌਫ ਤੋਂ, ਡਰ ਤੋਂ, ਭੈ ਤੋਂ ਰਹਿਤ ਹੋ। ਅਵਾਹ ਹੈ, ਬਾਹ ਕਹਿੰਦੇ ਬਾਹਾਂ ਨੂੰ, ਅੰਗਾਂ ਨੂੰ। ਜਿਵੇਂ ਅੰਗਾਂ ਵਾਲਾ ਸਰੀਰ ਮੰਨਿਆ, ਅਵੈਵਾਂ ਵਾਲਾ ਸਰੀਰ ਮੰਨਿਆ ਹੈ, ਅਵੈਵ ਕਹਿ ਲਓ, ਅੰਗ ਕਹਿ ਲਓ। ਇਦਾਂ ਵਾਹਿਗੁਰੂ ਪਰਮੇਸ਼ਰ ਅਵੈਵ ਰਹਿਤ ਹੈ, ਅੰਗ ਰਹਿਤ ਹੈ। ਉਹਦਾ ਸਰੀਰ ਸਾਡੇ ਵਾਂਗ ਅੰਗਾਂ ਵਾਲਾ ਨਹੀਂ ਹੈ। ਨਿਰਗੁਣ ਸਰੂਪ ਵਿੱਚ ਉਹ ਅਬਾਹ ਹੈ, ਬਾਹਾਂ ਆਦ ਅੰਗਾਂ ਤੋਂ ਰਹਿਤ ਹੈ। ਅਗਾਹ ਹੈ, ਗਾਹ ਕਹਿੰਦੇ ਨੇ ਪਾਣੀ ਦੀ ਗਹਿਰਾਈ ਜਿੱਥੇ ਘੱਟ ਹੋਵੇ, ਤਾਂ ਆ ਗਾਹ ਮੈਨੇ ਅਗਾਧ ਡੂੰਘਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਐਸਾ ਵਾਹਿਗੁਰੂ ਹੈ ਅਕਾਲ ਪੁਰਖ ਜੀ ਆਪ ਅਗਾਹ ਮੈਨੇ ਅਗਾਧ ਸਰੂਪ ਹੋ। ਅਮਾਨ ਹੈ, ਨਿਧਾਨ ਹੈ, ਮਾਨ ਸੰਗਿਆ ਹੈ, ਅਭਮਾਨ, ਹੰਕਾਰ। ਇਹ ਤੋਂ ਕੋਈ ਵਿਰਲਾ ਹੀ ਬਚ ਸਕਦਾ ਹੈ। ਹੁਣ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਜਿਹੜੀ ਗਿਣਤੀ ਰੱਖੀ ਹੈ, ਉਹ ਹੰਕਾਰ ਦੀ ਸਾਰੇ ਹੀ ਮਹਾਪੁਰਸ਼ਾਂ ਨੇ, ਵਿਦਵਾਨਾਂ ਨੇ, ਅਵਤਾਰੀ ਪੁਰਸ਼ਾਂ ਨੇ ਪੰਜਵਾਂ ਨੰਬਰ ਦਿੱਤਾ ਹੰਕਾਰ। ਪਹਿਲਾ ਨਹੀਂ ਦਿੱਤਾ, ਪਹਿਲਾ ਕਾਮ ਨੂੰ ਦੇਣਗੇ। ਕਾਮ ਹੈ, ਕ੍ਰੋਧ ਹੈ। ਜੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕਾਮ ਨੂੰ ਸਾਰੇ ਹੀ ਧਾਰਮਿਕ ਗ੍ਰੰਥਾਂ ਨੇ ਇੱਕ ਨੰਬਰ ਦਿੱਤਾ, ਕ੍ਰੋਧ ਨੂੰ ਦੂਜਾ ਦਿੱਤਾ ਹੈ, ਮੋਹ ਨੂੰ ਰਾਜਾ ਮੰਨਿਆ ਹੈ, ਲੋਭ ਹੈ, ਪਰ ਪੰਜਵਾਂ ਨੰਬਰ ਹੰਕਾਰ ਨੂੰ ਦਿੰਦੇ ਨੇ। ਉਹ ਕਿਉਂ? ਕਿ ਜਿਹੜਾ ਚਾਰਾਂ ਤੋਂ ਬਚ ਗਿਆ ਫਿਰ ਇਹ ਤੋਂ ਨਹੀਂ ਬਚਦਾ। ਅਵਲ ਤੇ ਪਹਿਲਿਆਂ ਤੋਂ ਬਚ ਹੀ ਕੋਈ ਨਹੀਂ ਸਕਦਾ। ਪਰ ਚਲੋ ਮੰਨ ਲਓ
ਵੀ ਕੋਈ ਸਾਧਨ ਜਪ ਤਪ ਕਰਕੇ ਚਾਰਾਂ ਤੋਂ ਬਚ ਗਿਆ, ਫਿਰ ਇਹ ਤੋਂ ਨਹੀਂ ਬਚੂਗਾ। ਕਿਉਂ? ਮਹਾਰਾਜ ਕਹਿੰਦੇ ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਤੇ ਕਮਾਲ ਦੀ ਗੱਲ ਹੈ ਵੀ ਇਹ ਉਮਰ ਵਧਣ ਦੇ ਨਾਲ ਇਹ ਘਟਦਾ ਨਹੀਂ ਹੈ। ਉਮਰ ਵਧੀ, ਨਿਗਾਹ ਘਟ ਗਈ, ਕੰਨਾਂ ਦੀ ਸੁਣਨ ਸ਼ਕਤੀ ਘਟ ਗਈ, ਸਰੀਰ ਦਾ ਬਲ ਘਟ ਗਿਆ, ਤੇ ਹੁਣ ਮਾਣ ਵੀ ਘਟ ਗਿਆ ਹੋਵੇਗਾ। ਇਹ ਤਾਂ ਸਗੋਂ ਜਿਵੇਂ ਜਿਵੇਂ ਬੁਢੇਪਾ ਆਉਂਦਾ ਉਵੇਂ ਉਵੇਂ ਹਉਮੈ ਵੱਧਦੀ ਹੈ। ਸਰੀਰ ਜਿਵੇਂ ਜਿਵੇਂ ਕਮਜ਼ੋਰ ਹੁੰਦਾ, ਹੰਕਾਰ ਉਵੇਂ ਉਵੇਂ ਬਲਵਾਨ ਹੁੰਦਾ। ਇਸੇ ਕਰਕੇ ਬੁੱਢੇ ਬੰਦੇ ਛੇਤੀ ਕੁਰਸੀ ਛੱਡ ਕੇ ਰਾਜੀ ਨਹੀਂ, ਭਾਵੇਂ ਕਿ ਉਹਨਾਂ ਦੇ ਬੱਚੇ ਜਵਾਨ ਹੋ ਜਾਣ, ਉਹ ਅੱਗੇ ਲਾ ਕੇ ਰਾਜੀ ਨਹੀਂ ਹੁੰਦੇ ਕਿਸੇ। ਤਾਂ ਜਿਵੇਂ ਜਿਵੇਂ ਸਰੀਰ ਬੁੱਢਾ ਹੁੰਦਾ ਹੈ ਉਵੇਂ ਉਵੇਂ ਹਉਮੈ ਵੱਧਦੀ ਆ ਵੀ ਮੈਂ ਬੜਾ ਸਿਆਣਾ, ਮੇਰੇ ਤੋਂ ਤਜਰਬਾ ਬੜਾ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ ਜਦ ਤੱਕ ਸਰੀਰ ਬੰਦੇ ਦਾ ਰਹਿੰਦਾ ਹੈ, ਮੈਂ ਮੇਰੀ ਦੀ ਬਿਰਤੀ ਰਹਿੰਦੀ ਹੀ ਰਹਿੰਦੀ ਹੈ ਵਿੱਚ। ਜਿੰਨਾ ਚਿਰ ਬੰਦੇ ਦਾ ਸਰੀਰ ਰਹਿੰਦਾ, ਜਿੰਨਾ ਚਿਰ ਬੰਦੇ ਦਾ ਹਿਰਦਾ ਨਹੀਂ ਨਾ ਬਦਲਦਾ, ਉਹਨਾਂ ਚਿਰ ਬਾਹਰੋਂ ਬਦਲਣ ਦੇ ਨਾਲ ਬਹੁਤਾ ਕੁਝ ਨਹੀਂ ਬਦਲਦਾ। ਮੰਨ ਲਓ ਬਾਹਰੋਂ ਹਿਰਦਾ ਉਹੀ ਰਿਹਾ, ਬਾਹਰੋਂ ਕੱਪੜੇ ਬਦਲ ਲਏ, ਪਰ ਦਿਲ ਤੇ ਉਹੀ ਆ ਨਾ। ਬੋਧੀਆਂ ਨੇ ਹਿੰਦੁਸਤਾਨ ਦੀ ਇੱਕ ਸਾਖੀ ਲਿਖੀ ਆਪਣੇ ਗ੍ਰੰਥਾਂ 'ਚ, ਬੜੀ ਪ੍ਰਸਿੱਧ ਹੈ, ਬੜੀ ਥੋੜੀ ਹਾਸੇ ਵਾਲੀ ਵੀ ਹੈ, ਪਰ ਸੰਦੇਸ਼ ਬੜਾ ਵਧੀਆ ਹੈ। ਬੌਧ ਧਰਮ ਦੇ ਗ੍ਰੰਥ ਜਿਹੜੇ ਨੇ ਉਹਨਾਂ ਵਿੱਚ ਹਿੰਦੁਸਤਾਨ ਦੀ ਇੱਕ ਸਾਖੀ ਲਈ ਆ ਉਹਨਾਂ ਨੇ, ਜਿਵੇਂ ਸਾਰਿਆਂ ਦੀ ਲਈ ਆ, ਚੰਗੀਆਂ ਚੰਗੀਆਂ ਚੀਜ਼ਾਂ ਇੱਕ ਉਹਨਾਂ ਦੀ ਲਈ। ਉਹ ਕਹਿੰਦੇ ਨੇ ਕਿ ਪੁਰਾਣੇ ਗ੍ਰੰਥਾਂ ਮੁਤਾਬਕ ਕੋਈ ਰਿਖੀ ਮੁਨੀ ਜਿਹੜਾ ਬੜਾ ਤਪਸਵੀ ਸੀ, ਤਾਕਤ ਵਾਲਾ ਸੀ, ਉਹਦੇ ਕੋਲ ਇੱਕ ਚੂਹਾ ਰਹਿੰਦਾ ਸੀ, ਪਰ ਬਿੱਲੀ ਤੋਂ ਡਰ। ਇਹ ਬੜੀ ਪ੍ਰਸਿੱਧ ਹੈ, ਥੋੜੇ ਜਿਹੇ ਤੁਸੀਂ ਹੱਸੋਗੇ ਵੀ, ਪਰ ਇਹ ਲਿਖੀ ਹੋਈ ਆ, ਸੱਚੀ ਲਿਖੀ ਆ, ਕੋਈ ਕਿਸੇ ਨੇ ਕੋਲੋਂ ਨਹੀਂ ਬਣਾਈ। ਬਿੱਲੀ ਤੋਂ ਬੜਾ ਚਾਲੂ ਸੀ। ਉਹਨੂੰ ਤਪਸਵੀ ਨੂੰ ਤਰਸ ਆਇਆ, ਕਹਿੰਦਾ ਮੈਂ ਤੇਰਾ ਡਰ ਕੱਢਣਾ, ਡਰ ਤੈਨੂੰ ਨਿਰਭਉ ਕਰਨਾ ਵਾ, ਭੈ ਤੋਂ ਰਹਿਤ ਕਰਨਾ। ਉਹਨੇ ਚੁੱਕ ਕੇ ਉਹਨੂੰ ਬਿੱਲੀ ਬਣਾਤਾ। ਚਲੋ ਹੁਣ ਬਿੱਲੀ ਦੇ ਨਾਲ ਤੇ ਸਾਂਝ ਪੈ ਗਈ, ਹੁਣ ਬਿੱਲੀ ਨੇ ਬਿੱਲੀ ਤੋਂ ਕੀ ਡਰਨਾ ਸੀ। ਪਰ ਮਾੜੀ ਕਿਸਮਤ ਨੂੰ ਪਿੰਡ ਦੇ ਕੁੱਤੇ ਬੜੀ ਜਾਨ ਖਾਣ, ਹੁਣ ਉਹ ਕੁੱਤਿਆਂ ਤੋਂ ਡਰਨ ਲੱਗ ਪਿਆ। ਕਮਾਲ ਦੀ ਗੱਲ ਹੈ, ਚੂਹੇ ਤੋਂ ਬਿੱਲੀ ਹੋਇਆ, ਬਿੱਲੀ ਦਾ ਡਰ ਲੈ ਗਿਆ, ਪਰ ਹੁਣ ਕੁੱਤਿਆਂ ਦਾ ਪਿਆ। ਤਪਸਵੀ ਨੇ ਫੇਰ ਉੱਤੇ ਕਿਰਪਾ ਕੀਤੀ, ਉਹਨੂੰ ਕੁੱਤਾ ਬਣਾ ਦਿੱਤਾ। ਚਲੋ ਕੁੱਤਿਆਂ ਦਾ ਡਰ ਮੁੱਕਿਆ, ਹੁਣ ਚੀਤੇ ਦਾ ਡਰ ਪੈ ਗਿਆ, ਹੁਣ ਸ਼ੇਰ ਦਾ ਡਰ ਪੈ ਗਿਆ। ਤਾਂ ਗੱਲ ਇਹ ਹੈ, ਉਹਨੇ ਕੀ ਕੀਤਾ, ਤਪਸਵੀ ਨੇ ਉਹਨੂੰ ਫਿਰ ਉਹ ਚੀਤਾ ਬਣਾਤਾ। ਚਲੋ ਮੈਂ ਬੇਨਤੀ ਕਰਾਂ, ਸਮਾਂ ਸੰਖੇਪ ਜਿਹਾ ਹੈ, 1 ਘੰਟਾ ਕਥਾ ਦਾ ਰੱਖਿਆ ਹੈ। ਹੁਣ ਉਹਨੂੰ ਕਿਹਦਾ ਡਰ ਹੈ? ਚੂਹੇ ਦਾ ਤਾਂ ਡਰ ਹੀ ਨਹੀਂ ਹੋ ਸਕਦਾ। ਬਿੱਲੀ ਉਹਦੇ ਸਾਹਮਣੇ ਕੀ ਹੈ, ਕੁੱਤੇ ਉਹਦੇ ਸਾਹਮਣੇ ਕੀ ਹੈ, ਪਰ ਹੁਣ ਉਹਨੂੰ ਸ਼ਿਕਾਰੀ ਦਾ ਡਰ, ਹੁਣ ਉਹਨੂੰ ਗੋਲੀ ਦਾ ਡਰ, ਹੁਣ ਉਹਨੂੰ ਜਾਲ ਦਾ ਡਰ ਹੈ। ਤਾਂ ਉਹ ਜਿਹੜਾ ਤਪਸਵੀ ਸੀ ਉਹਨੇ ਹਥਿਆਰ ਸੁੱਟ ਦਿੱਤੇ। ਉਹ ਕਹਿੰਦਾ ਮੈਂ ਤੇਰਾ ਡਰ ਨਹੀਂ ਕੱਢ ਸਕਦਾ। ਕਿਸੇ ਨੇ ਪੁੱਛਿਆ ਕਿਉਂ? ਕਹਿੰਦਾ ਦਿਲ ਤੇ ਫਿਰ ਚੂਹੇ ਵਾਲਾ ਹੀ ਰਿਹਾ ਨਾ, ਦਿਲ ਤੇ ਫਿਰ ਉਹ ਰਹਿ ਗਿਆ। ਤਾਂ ਬਾਹਰੋਂ ਸਰੀਰ ਜਿੰਨਾ ਮਰਜ਼ੀ ਬਦਲ ਜੇ, ਬਾਹਰੋਂ ਕੱਪੜੇ ਬਦਲ ਲਈਏ, ਹੁਣ ਡਰਾਮਾ ਕਰਨ ਵਾਲੇ ਬੰਦੇ ਜਦੋਂ ਡਰਾਮਾ ਕਰਦੇ ਨੇ ਤਾਂ ਸਿੱਖਾਂ ਦੇ ਕੱਪੜੇ ਪਾਉਂਦੇ ਨੇ, ਖਾਲਸੇ ਦਾ ਬਾਣਾ ਪਾਉਂਦੇ ਨੇ, ਪਰ ਕੀ ਉਹ ਖਾਲਸਾ ਬਣ ਸਕਦੇ ਜਿਹੜਾ ਲਿਖਿਆ ਗਿਆ ਗ੍ਰੰਥਾਂ ਦੇ ਵਿੱਚ? 10ਵੇਂ ਪਾਤਸ਼ਾਹ ਨੇ ਵੀ ਤੇ ਇਹੀ ਸਮਝਾਇਆ ਸੀ ਨਾ ਵੀ ਖੋਤੇ ਉੱਤੇ ਸ਼ੇਰ ਦੀ ਖੱਲ ਪੈ ਗਈ, ਪਰ ਦਿਲ ਤੇ ਉਹੀ ਰਿਹਾ ਨਾ, ਭਾਵੇਂ ਕੱਪੜੇ ਸ਼ੇਰ ਦੇ। ਤਾਂ ਬਾਹਰੋਂ ਸਰੀਰ ਬਦਲਣ ਦੇ ਨਾਲ ਮਨ ਬਦਲ ਜੂਗਾ,
ਸਰੀਰ ਬੁੱਢਾ ਹੋ ਗਿਆ, ਹਉਮੈ ਘਟ ਜੂਗੀ, ਸਰੀਰ ਬੁੱਢਾ ਹੋ ਗਿਆ, ਕਾਮ ਕ੍ਰੋਧ ਘਟ ਜੂਗਾ। ਸਤਿਗੁਰੂ ਕਹਿੰਦੇ ਇਹ ਨਹੀਂ ਘਟਦਾ। ਇਹ ਤਾਂ ਜਿਵੇਂ ਜਿਵੇਂ ਸਗੋਂ ਸਰੀਰ ਕਮਜ਼ੋਰ ਹੁੰਦਾ ਨਾ, ਇਹ ਓਨੇ ਬਲਵਾਨ ਹੁੰਦੇ ਨੇ, ਓਨੀ ਤਾਕਤ ਫੜਦੇ ਨੇ, ਓਨੀ ਇਹਨਾਂ 'ਚ ਅੱਗ ਲੱਗਦੀ। ਉਹ ਵੱਖਰੀ ਗੱਲ ਹੈ, ਇਹ ਬਾਅਦ 'ਚ ਸਰੀਰ ਸਾਥ ਨਹੀਂ ਦਿੰਦਾ, ਇਸ ਕਰਕੇ ਪਛਤਾਉਂਦੇ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਹੋਣਾ ਕੀ ਚਾਹੀਦਾ ਸੀ, ਤਿਵੇਂ ਤਿਵੇਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਦੀ ਉਤਕੰਠਾ, ਪ੍ਰੇਮ ਵਧਣਾ ਚਾਹੀਦਾ ਸੀ। ਹੁਣ ਨਿਤਨੇਮ ਤੇ ਆਪਾਂ ਸਾਰੇ ਹੀ ਕਰਦੇ ਹਾਂ, ਪਰ ਜਿਵੇਂ ਥਰਮਾਮੀਟਰ ਦੇ ਨਾਲ ਬੁਖਾਰ ਚੈੱਕ ਕੀਤਾ ਜਾਂਦਾ ਹੈ, ਇਦਾਂ ਨਿਤਨੇਮ ਕਰਨ ਤੋਂ ਬਾਅਦ ਕਿਸੇ ਨੇ ਆਪਣਾ ਸੰਤੋਖ ਚੈੱਕ ਕੀਤਾ ਵੀ ਅੱਜ ਨਿਤਨੇਮ ਕਰਕੇ ਮਨ ਕਿੰਨਾ ਕੁ ਸ਼ਾਂਤ ਹੋਇਆ। ਜੇ ਨਹੀਂ ਸ਼ਾਂਤ ਹੋਇਆ ਤੇ ਫਿਰ ਨਿਤਨੇਮ ਦੇ ਵਿੱਚ ਤੇ ਨਹੀਂ ਕੋਈ ਕਸਰ, ਤੇਰੇ ਕਰਨ ਦੇ ਵਿੱਚ ਕੋਈ ਕਸਰ ਹੋਵੇਗੀ। ਇਹ ਚੈੱਕ ਕਰ ਲੈਣਾ ਚਾਹੀਦਾ ਵੀ ਜਿਵੇਂ ਜਿਵੇਂ ਉਮਰ ਵੱਧਦੀ ਆ, ਸੰਤੋਸ਼ ਵੱਧ ਰਿਹਾ ਹੈ ਕਿ ਹੰਕਾਰ ਵੱਧ ਰਿਹਾ ਹੈ, ਕਾਮ ਕ੍ਰੋਧ ਵੱਧ ਰਿਹਾ ਹੈ। ਤਾਂ ਧਨ, ਕਾਮ, ਵਾਸ਼ਨਾ, ਇਹਨਾਂ ਨੂੰ ਵੀ ਤਪਸਵੀ ਲੋਕ, ਜਪੀ ਤਪੀ ਲੋਕ ਜਿੱਤ ਲੈਂਦੇ ਨੇ, ਪਰ ਵਡਿਆਈ, ਮਾਣ, ਇਹ ਬਹੁਤੀ ਖਤਰਨਾਕ ਮੰਨੀ ਗਈ ਆ। ਪੈਸੇ ਦੀ ਵਾਸ਼ਨਾ ਤੋਂ ਵੀ ਤੇ ਕਾਮ ਦੀ ਵਾਸ਼ਨਾ, ਪਦਵੀ ਦੀ ਵਾਸ਼ਨਾ ਤੋਂ ਵੀ ਜਿਹੜੀ ਵਡਿਆਈ ਹੈ, ਮਾਣ ਹੈ। ਤਾਂ ਮਹਾਰਾਜ ਕਹਿੰਦੇ ਇਹ ਮਾਣ ਜਿਹੜਾ ਹੈ, ਇਹ ਕਿਸੇ ਤੋਂ ਨਹੀਂ ਛੱਡਿਆ ਜਾਂਦਾ। ਇੱਕੋ ਇੱਕ ਵਾਹਿਗੁਰੂ ਅਕਾਲ ਪੁਰਖ ਕਿੱਦਾਂ ਦਾ ਹੈ ਜਿਹੜਾ ਮਾਣ ਅਮਾਨ ਹੈ। ਮਾਣ, ਹੰਕਾਰ ਆਦਿਕ ਔਗਣਾ ਤੋਂ ਉਹ ਵਾਹਿਗੁਰੂ ਪਰਮੇਸ਼ਰ ਰਹਿਤ ਹੈ, ਤੇ ਜਿਹੜੇ ਉਹਦੇ ਪਿਆਰੇ ਨੇ ਉਹਨਾਂ ਨੂੰ ਵੀ ਉਹ ਰਹਿਤ ਕਰ ਦਿੰਦਾ ਹੈ, ਉਹਨਾਂ ਦੇ ਵੀ ਇਹ ਦੂਰ ਕਰ ਦਿੰਦਾ ਹੈ। ਤਾਂ ਸਤਿਗੁਰੂ ਜੀ ਨੇ ਇੱਕ ਨਾਮ ਰੱਖਿਆ ਉਸ ਪਰਮੇਸ਼ਰ ਦਾ, ਕਮਾਲ ਦਾ ਨਾਮ ਆ। ਹਰ ਬੰਦਾ ਮਾਣ 'ਚ ਫਸਿਆ ਵਾ, ਪਰ ਇੱਕ ਚੀਜ਼ ਆ ਜਿਹੜੀ ਮਾਣ ਤੋਂ ਰਹਿਤ, ਉਹ ਕੀ? ਵਾਹਿਗੁਰੂ ਪਰਮੇਸ਼ਰ ਅਮਾਨ ਹੈ, ਜਿੱਥੇ ਮਾਨ ਨਹੀਂ, ਹਉਮੈ ਨਹੀਂ, ਹੰਕਾਰ ਨਹੀਂ। ਸਤਿਗੁਰੂ ਕੀ ਕਹਿੰਦੇ? ਜਹ ਨਿਰੰਜਨ ਨਿਰੰਕਾਰ ਨਿਰਵਾਨ, ਤਹ ਕੌਣ ਕੋ ਮਾਨ ਕੌਣ ਅਪਮਾਨ। ਜਹ ਸਰੂਪ ਕੇਵਲ ਜਗਦੀਸ਼, ਤੈ ਛਲ ਛਿੱਦਰ ਲਗਤ ਕੋ ਕੀਸ। ਜਾਂ ਮਾਣ ਦਾ ਅਰਥ ਹੁੰਦਾ ਮਿਣਤੀ, ਗਿਣਤੀ। ਵਾਹਿਗੁਰੂ ਦੇ ਕਾਰਜ ਕਿਸੇ ਗਿਣਤੀ ਮਿਣਤੀ ਦੇ ਮੁਤਾਜ ਨਹੀਂ। ਉਹਦੇ ਕਾਰਜਾਂ ਦੀ, ਉਹਦੇ ਪਰਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਂ ਸਤਿਗੁਰੂ ਕਹਿੰਦੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਤੂੰ ਮਾਣ ਤੋਂ, ਗਿਣਤੀ ਮਿਣਤੀ, ਮਾਪ ਤੋਂ ਰਹਿਤ ਹੈ, ਨਿਧਾਨ ਹੈ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੂੰ ਸਾਰੇ ਹੀ ਗੁਣਾਂ ਦਾ ਨਿਧਾਨ, ਖਜ਼ਾਨਾ ਹੈ। ਸਾਰੇ ਗੁਣਾਂ ਦਾ ਖਜ਼ਾਨਾ ਆਪ ਹੀ ਹੋ। ਅਨੇਕ ਹੈ ਫਿਰ ਏਕ ਹੈ। ਹੇ ਅਕਾਲ ਪੁਰਖ ਜੀ, ਤੁਸੀਂ ਸੰਸਾਰ ਦੀ ਰਚਨਾ ਕਾਲ ਵਿੱਚ ਅਨੇਕ ਰੂਪ ਹੋ ਰਹੇ। ਜਦੋਂ ਤੇ ਸੰਸਾਰ ਬਣਦਾ ਫਿਰ ਅਨੇਕ ਰੂਪ। ਜਿਵੇਂ ਸਤਿਗੁਰੂ ਕਹਿੰਦੇ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ। ਅਨੇਕਾਂ ਰੂਪ ਨੇ। ਫਿਰ ਏਕ ਹੈ, ਪਰ ਜਦੋਂ ਪਰਲੈ ਕਾਲ, ਜਦੋਂ ਸ੍ਰਿਸ਼ਟੀ ਖਤਮ ਹੁੰਦੀ ਆ, ਤਾਂ ਇਹ ਅਨੇਕਾਂ ਰੂਪ ਜਿਹੜੇ ਸੀ ਉਹ ਇੱਕ ਰੂਪ ਦੇ ਵਿੱਚ ਸਮਾ ਜਾਂਦੇ ਨੇ, ਇੱਕ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਨੇ। ਤਾਂ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਚਾਚਰੀ ਛੰਦ ਦੀ ਸਮਾਪਤੀ ਕਰਦੇ। ਜਦੋਂ ਭੁਜੰਗ ਪ੍ਰਿਆਤ ਛੰਦ ਦੁਆਰਾ ਉਸਤਤ ਕੀਤੀ, ਛਪੈ ਛੰਦ ਦੁਆਰਾ ਉਸਤਤ ਕੀਤੀ, ਚਾਚਰੀ ਛੰਦ ਦੁਆਰਾ ਉਸਤਤ ਕੀਤੀ, ਤਾਂ ਐਸੀ ਪ੍ਰੇਮ ਦੀ ਭਿੰਨੀ ਸਨਿਗਧ ਅਵਸਥਾ ਵਿੱਚ ਮਹਾਰਾਜ ਪਹੁੰਚੇ ਕਿ ਉਹ ਉਸਤਤ, ਉਹ ਰਾਸ ਕਹਿਣ ਕਥਨ ਤੋਂ ਬਾਹਰ ਸੀ। ਇਸ ਕਰਕੇ ਮਨ ਕਰੇ ਕਿ ਉਸ ਵਾਹਿਗੁਰੂ ਦੀ ਉਸਤਤ ਕਰੀ ਜਾਵਾਂ। ਤਾਂ ਫਿਰ ਰਸ ਦੇ ਵਿੱਚ ਭਿੱਜ ਕੇ ਭੁਜੰਗ ਪ੍ਰਿਆਤ ਛੰਦ ਵਿੱਚ ਉਸਤਤ ਕਰਦੇ ਤੇ ਕੀ ਕਿਰਪਾ ਕਰਦੇ ਨੇ। ਨਮਸਕਾਰ ਰੂਪ ਕੀਰਤੀ ਉਚਾਰਨ ਕਰਦੇ ਨੇ। ਕੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ? ਭੁਜੰਗ ਪ੍ਰਿਆਤ ਛੰਦ, ਨਮੋ ਸਰਬ ਮਾਨੇ, ਸਮਸਤੀ ਨਿਧਾਨੇ। ਹੇ ਅਕਾਲ ਪੁਰਖ ਜੀ, ਤੈਨੂੰ ਸਾਰੇ ਹੀ ਮਾਨੇ ਮੰਨਦੇ ਆ।
ਮੰਨਣਾ ਮੈਨੇ ਪੂਜਣਾ। ਨਮੋ ਤੈਨੂੰ ਮੇਰੀ ਨਮਸਕਾਰ ਹੈ, ਜਿਹਨੂੰ ਸਰਬ ਮਾਨੇ, ਸਾਰੇ ਮੰਨਦੇ ਨੇ, ਪੂਜਦੇ ਨੇ। ਹੁਣ ਬੰਦੇ ਦਾ ਸੁਭਾਅ ਪਤਾ ਕੀ ਆ, ਕੁਦਰਤੀ, ਕਿਸੇ ਨੇ ਨਹੀਂ ਬਣਾਇਆ, ਇਹ ਕਿਸੇ ਦੀ ਪੂਜਾ ਕਰਦਾ। ਦੋ ਰੂਪ ਮੰਨੇ ਗਏ ਨੇ, ਕਿਸੇ ਨੂੰ ਤੇ ਦੇਵਤਾ ਮੰਨ ਕੇ ਪੂਜਦਾ ਹੈ, ਤੇ ਜਿਹੜੇ ਦੇਵਤਾ ਮੰਨ ਕੇ ਨਹੀਂ ਨਾ ਪੂਜਦੇ, ਆਪਦੇ ਆਪ ਨੂੰ ਨਾਸਤਕ ਕਹਿੰਦੇ ਆ, ਉਹ ਬੰਦਾ ਮੰਨ ਕੇ ਪੂਜਦੇ ਆ ਵੀ ਆ ਫਲਾਣੇ ਬੰਦੇ ਨੂੰ ਮੈਂ ਫੋਲੋ ਕਰਦਾ। ਪੂਜਦੇ ਸਾਰੇ ਹੀ ਇਹਦੇ ਸੁਭਾਅ ਦੇ ਵਿੱਚ। ਹੁਣ ਜਿਨ੍ਹਾਂ ਨੂੰ ਦੇਵਤਾ ਮੰਨ ਕੇ ਪੂਜਦਾ ਹੈ, ਉਹਨਾਂ ਨੂੰ ਇਹ ਆਪਣੇ ਤੋਂ ਵੱਖਰਾ ਆ ਮਾਨਵ ਸਮਝਦਾ ਹੈ ਵੀ ਇਹ ਅਵਤਾਰੀ ਆ, ਉੱਪਰਲੇ ਗ੍ਰਹਿ ਦੇ ਆ, ਇਹ ਵਿਸ਼ੇਸ਼ ਤਾਕਤਾਂ ਵਾਲੇ। ਤੇ ਜਿਹਨੂੰ ਇਹ ਮਨੁੱਖ ਸਮਝ ਕੇ ਪੂਜਦਾ ਹੈ, ਉਹ ਜਾਂ ਫਿਰ ਕਹੂਗਾ ਵੀ ਮੇਰਾ ਪਿਤਾ, ਉਹਨੇ ਬੜੀ ਮਿਹਨਤ ਕੀਤੀ ਮੈਨੂੰ ਪੜ੍ਹਾਉਣ ਤੇ, ਮੇਰਾ ਪਿਓ, ਮੇਰਾ ਬਜ਼ੁਰਗੋ, ਮੇਰਾ ਆਦਰਸ਼, ਜਾਂ ਫਲਾਨਾ ਬੰਦਾ ਜਿਹੜਾ ਵਾ ਮੈਂ ਉਹਨੂੰ ਫੋਲੋ ਕਰਦਾ ਵਾਂ, ਉਹ ਮੈਨੂੰ ਬਹੁਤ ਚੰਗਾ ਲੱਗਦਾ। ਤਾਂ ਪੂਜਣਾ ਇਹਨੇ ਕਿਸੇ ਨੂੰ ਹੈ ਹੀ ਹੈ, ਮੰਨਣਾ ਕਿਸੇ ਨੂੰ ਹੈ ਆ, ਭਾਵੇਂ ਕਿਸੇ ਬੰਦੇ ਨੂੰ ਮੰਨੇ ਤੇ ਜਾਂ ਫਿਰ ਕਿਸੇ ਉਸ ਤਾਕਤ ਨੂੰ ਮੰਨੇ ਜਿਹੜੀ ਬੰਦਿਆਂ ਨਾਲ ਉੱਚੀ। ਹੁਣ ਤੁਸੀਂ ਹੈਰਾਨ ਹੋਵੋਗੇ, ਇੱਥੇ ਸਵਾਲ ਪੈਦਾ ਹੋ ਸਕਦਾ ਹੈ ਵੀ ਜਿਨ੍ਹਾਂ ਨੂੰ ਇਹ ਪੂਜਦਾ ਹੈ, ਵੱਡੀਆਂ ਤਾਕਤਾਂ ਸਮਝ ਕੇ ਆਏ, ਤੇ ਉਹ ਵੀ ਬੰਦੇ ਦੇ ਸਰੀਰ 'ਚ ਹੀ ਹੈ, ਪਰ ਉਹਨਾਂ ਦੇ ਨਾਲ ਕੁਝ ਐਸੇ ਚਮਤਕਾਰ ਜੁੜੇ ਆ ਜਿਹੜੇ ਆਮ ਬੰਦਾ ਨਹੀਂ ਕਰ ਸਕਦਾ। ਇਹ ਕੋਈ ਇਤਿਹਾਸ ਲਿਖਣ ਦਾ ਤਰੀਕਾ ਸਮਝ ਲਓ ਕਿ ਲੋਕ ਚੇਤੇ ਹੀ ਚਮਤਕਾਰ ਨੂੰ ਰੱਖਦੇ, ਉਹਦੇ ਬਿਨਾਂ ਕਿਸੇ ਨੂੰ ਕੋਈ ਚੇਤਾ ਹੀ ਨਹੀਂ ਰਹਿੰਦਾ ਹੈ। ਭਗਵਾਨ ਕ੍ਰਿਸ਼ਨ ਆਏ ਤਾਂ ਬੰਦੇ ਦੇ ਸਰੀਰ 'ਚ ਹੀ ਨੇ, ਦੋ ਅੱਖਾਂ ਸੀ, ਦੋ ਬਾਹਾਂ ਸੀ, ਦੋ ਲੱਤਾਂ ਸੀ, ਕੋਈ ਵੱਧ ਘੱਟ ਕੁਝ ਨਹੀਂ ਲੈ ਕੇ ਆਏ। ਪਰ ਭਗਵਾਨ ਕ੍ਰਿਸ਼ਨ ਦੀ ਇੱਕ ਵੀ ਗੱਲ ਕੋਈ ਦੱਸ ਸਕਦਾ ਜਿਹੜੀ ਚਮਤਕਾਰ ਨਾਲ ਨਾ ਜੁੜੀ ਹੋਵੇ, ਵੀ ਇੱਕ ਸਾਧਾਰਨ ਮਨੁੱਖ ਦੇ ਤੌਰ ਤੇ ਉਹਨਾਂ ਨੇ ਕੀ ਕੀਤਾ। ਇੱਕ ਸਾਖੀ ਸਾਰਿਆਂ ਨੂੰ ਚੇਤੇ ਹੋਊਗੀ ਵੀ ਚੀਚੀ ਤੇ ਪਹਾੜ ਚੁੱਕਿਆ ਗੋਵਰਧਨ, ਉਹ ਸਭ ਨੂੰ ਪਤਾ। ਹੁਣ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਚੀਚੀ ਤੇ ਪਹਾੜ ਚੁੱਕਣਾ ਜੁੜਿਆ, ਇਸ ਕਰਕੇ ਸਭ ਨੂੰ ਚੇਤੇ ਆ। ਰਾਮ ਜੀ ਨੇ ਕੀ ਕੀਤਾ, ਆਏ ਉਹ ਵੀ ਬੰਦੇ ਦੇ ਸਰੀਰ 'ਚ ਹੀ ਆ। ਉਹਨਾਂ ਨੇ ਇੱਕ ਪੱਥਰ ਦੀ ਸ਼ਿਲਾ, ਪੱਥਰ ਪਿਆ ਹੋਵੇ ਉਹ ਤੋਂ ਔਰਤ ਬਣਾਈ ਹੈ, ਉਹਦਾ ਸਰਾਪ ਕੱਟਿਆ ਹੈ। ਜੇ ਸੌਖੇ ਸ਼ਬਦਾਂ 'ਚ ਕਹਾਂ, ਪੱਥਰ ਤੋਂ ਔਰਤ ਬਣਾਤੀ ਆ ਫੜ ਕੇ। ਅਹਿਲਿਆ ਦਾ ਪ੍ਰਸੰਗ ਬੜਾ ਪ੍ਰਸਿੱਧ ਹੈ। ਇਸ ਤਰ੍ਹਾਂ ਹਰੇਕ ਮਹਾਂਪੁਰਸ਼ ਦੇ ਨਾਲ ਕੁਝ ਨਾ ਕੁਝ ਜੁੜਿਆ, ਆਏ ਸਾਰੇ ਬੰਦੇ ਦੇ ਸਰੀਰ 'ਚ ਹੀ, ਪਰ ਕੁਝ ਕੰਮ ਏਦਾਂ ਦੇ ਜੁੜੇ ਆ ਜਿਹੜੇ ਆਮ ਬੰਦਾ ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਨੂੰ ਅਮਾਨਵੀ ਇਹ ਮੰਨਿਆ ਜਾਂਦਾ ਹੈ ਕਿ ਹੋਰ ਨੇ, ਹੋਰ ਕਿਸੇ ਥਾਂ ਤੋਂ ਆਏ ਨੇ, ਬੰਦਿਆਂ 'ਚੋਂ ਨਹੀਂ ਆਏ। ਕਿਉਂ ਬੰਦਿਆਂ 'ਚੋਂ ਆਏ ਹੁੰਦੇ ਤੇ ਬੰਦਿਆਂ ਵਰਗੇ ਕੰਮ ਕਰਦੇ, ਫਿਰ ਉਹ ਕੰਮ ਕੀਤੇ ਜਿਹੜੇ ਬੰਦੇ ਕੀ ਮਸ਼ੀਨਾਂ ਨਹੀਂ ਕਰ ਸਕਦੀਆਂ ਅੱਜ ਕੱਲ੍ਹ। ਹੁਣ ਸਾਇੰਸ ਨੂੰ ਪਤਾ ਤੇ ਲੱਗ ਗਿਆ ਵੀ ਲਹੂ ਕਿੱਦਾਂ ਬਣਦਾ ਵਾ, ਪਰ ਬਣਾਉਣਾ ਤਾਂ ਨਹੀਂ ਨਾ ਆਇਆ। ਨਕਲੀ ਕੁੱਖ ਤੇ ਬਣਾ ਲਈ ਵੀ ਬੱਚਾ ਕਿੱਦਾਂ ਜੰਮਦਾ ਵਾ, ਪਰ ਪਿਓ ਦਾ ਵੀਰਜਤ ਨਹੀਂ ਨਾ ਬਣਾਉਣਾ ਆਇਆ ਜੇ ਕਿਸੇ। ਚਲੋ ਹੋ ਸਕਦਾ ਕੱਲ ਨੂੰ ਆ ਵੀ ਜਾਵੇ, ਕਾਪੀ ਕਰਨੀ ਹੈ। ਪਰ ਇੱਥੇ ਜੋ ਗੱਲ ਕਰਨ ਜਾ ਰਿਹਾ ਵਾਂ, ਹਰੇਕ ਮਹਾਤਮਾ ਮਹਾਂਪੁਰਸ਼ ਨਾਲ ਇਹੋ ਜੀ ਗੱਲ ਜੁੜੀ ਹੋਈ ਜਿਹੜੀ ਉਹਨੂੰ, ਜਾਂ ਇਹ ਤਰੀਕਾ ਕਹਿ ਲਓ, ਉਹਨੂੰ ਯਾਦ ਰੱਖਿਆ ਜਾਵੇ ਕਿਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ 'ਚ। ਕੋਈ ਤਾਂ ਜਿਵੇਂ ਹਜ਼ਰਤ ਈਸਾ ਸਾਹਿਬ, ਉਹ ਕਹਿੰਦੇ ਮਰਨ ਤੋਂ ਬਾਅਦ ਜਿਉਂਦੇ ਹੋ ਗਏ। ਤੇ ਜੇ ਬੰਦਾ ਪੁੱਛੇ ਸੰਤ ਮਰਦੇ ਹੀ ਕਦੋਂ ਆ, ਨਾ ਉਹ ਮਰੇ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੇ ਮਨ। ਉਹ ਮਰੇ ਹੀ ਕਦੋਂ ਸੀ, ਪਰ ਉਹਨਾਂ ਨਾਲ ਕੀ ਜੁੜਿਆ ਕਿ ਉਹ ਮਰਨ ਤੋਂ ਬਾਅਦ ਜਿਉਂਦੇ ਹੋ ਗਏ। ਇਵੇਂ ਸ੍ਰੀ ਰਾਮ, ਸ੍ਰੀ ਕ੍ਰਿਸ਼ਨ, ਮਹਾਤਮਾ ਬੁੱਧ ਨੇ, ਮਹਾਵੀਰ ਨੇ, ਈਸਾ ਮਸੀਹ ਨੇ, ਮੁਹੰਮਦ ਸਾਹਿਬ ਨੇ, ਇਦਾਂ ਹਰੇਕ ਦੇ ਨਾਲ ਕੁਝ ਨਾ ਕੁਝ ਐਸਾ ਜੁੜਿਆ ਹੋਇਆ। ਅੱਛਾ, ਪਰ ਜੇ ਇਹਨਾਂ ਦੇ ਵਿੱਚੋਂ ਇਹ ਗੱਲਾਂ ਕੱਢ ਦਈਏ
ਫੇਰ ਕੁਝ ਲਿਖਣ ਵਾਲਾ ਬਚੇਗਾ ਜਿਹੜਾ ਬਿਨਾਂ ਕਰਾਮਾਤ ਤੋਂ, ਬਿਨਾਂ ਚਮਤਕਾਰ, ਇਹਨਾਂ ਦੇ ਕਰਾਮਾਤਾਂ ਚਮਤਕਾਰਾਂ ਪਾਸੇ ਰੱਖ ਦੋ ਸਾਰੇ, ਫੇਰ ਕੋ ਬਚੂਗਾ ਜੀਵਨ। ਤਾਂ ਕਈ ਸੱਜਣ ਕਹਿਣਗੇ ਫਿਰ ਲਿਖਣਾ ਕੀ ਆ ਸਵਾ, ਫਿਰ ਤੇ ਕੋਈ ਗੱਲ ਹੀ ਨਹੀਂ। ਪਰ ਨਹੀਂ, ਕਲਯੁਗ ਦੇ ਵਿੱਚ ਐਸੇ ਅਵਤਾਰੀ ਪੁਰਸ਼ ਹੋਏ ਨੇ। ਉਹ ਕੌਣ? ਧੰਨ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਸਧਾਰਨ ਮਨੁੱਖ ਦੇ ਤੌਰ ਤੇ ਜ਼ਿੰਦਗੀ ਜਿਉਂਦੇ ਰਹੇ ਤੇ ਐਸੇ ਕਰਤੱਵ ਕਰਕੇ ਦਿਖਾਏ ਸੰਸਾਰ ਦੇ ਵਿੱਚ ਜਿਨ੍ਹਾਂ ਵਿੱਚ ਕੋਈ ਚਮਤਕਾਰ ਨਹੀਂ ਸੀ। ਜੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤਾਂ ਉੱਥੇ ਕੋਈ ਚਮਤਕਾਰ ਨਹੀਂ ਦਿਖਾਇਆ ਜਾ ਰਿਹਾ, ਹੱਥੋਂ ਹੱਥੀ ਲੜਾਈ ਹੋ ਰਹੀ। ਪਰ ਇਹ ਵੀ ਕੋਈ ਆਪਣੇ ਆਪ 'ਚ ਚਮਤਕਾਰ ਤੋਂ ਘੱਟ ਨਹੀਂ ਵੀ ਏਡੀ ਛੋਟੀ ਉਮਰ 'ਚ 10 ਲੱਖ ਦੇ ਇਕੱਠ 'ਚ ਵੜ ਜਾਣਾ ਜਾ ਕੇ। ਜੇ ਸਰਸਾ ਨਦੀ ਦੇ ਵਿੱਚ ਸਿੰਘ ਡੁੱਬ ਰਹੇ ਨੇ ਤੇ ਇੱਥੇ ਹੁਣ ਮਹਾਰਾਜ ਚਮਤਕਾਰ ਨਹੀਂ ਦਿਖਾ ਰਹੇ ਵੀ ਉਹ ਪਾਣੀ ਤੇ ਘੋੜਾ ਲਈ ਜਾਂਦੇ ਨੇ, ਆਪ ਵੀ ਨਾਲ ਹੀ ਜਾਣ ਡਏ ਆ ਪਾਣੀ ਦੇ ਵਿੱਚ। ਜਿੱਥੇ ਆਪ ਜਾ ਰਹੇ ਨੇ ਉੱਥੇ ਪਰਿਵਾਰ ਵੀ ਉਸੇ ਪਾਣੀ 'ਚ ਵਹੇਗਾ। ਇੱਕੋ ਇੱਕ ਗੁਰੂ ਨਾਨਕ ਦੇਵ ਸਾਹਿਬ 10 ਪਾਤਸ਼ਾਹੀਆਂ ਇਦਾਂ ਦੇ ਨੇ, ਜੇ ਇਹਨਾਂ ਦੇ ਜੀਵਨ ਦੇ ਵਿੱਚੋਂ ਤੁਸੀਂ ਇੱਕ ਆਮ ਮਨੁੱਖ ਕਿੱਦਾਂ ਜ਼ਿੰਦਗੀ ਬਤੀਤ ਕਰਦਾ, ਬਿਨਾਂ ਕਰਾਮਾਤ ਤੋਂ ਭਾਣਾ ਕਿੱਦਾਂ ਮੰਨਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੇ ਲੋਹ ਸਾਰੀ ਦੁਨੀਆ ਨੂੰ ਸਾੜਦੀ ਪਈ ਆ ਤੇ ਪੰਜਵੇਂ ਪਾਤਸ਼ਾਹ ਦੇ ਸਰੀਰ ਨੂੰ ਵੀ ਸਾੜਦੀ ਪਈ ਆ ਤੇ ਰੇਤਾ ਨਾਲ ਛਾਲੇ ਪੈ ਰਹੇ। ਤਾਂ ਇੱਕੋ ਇੱਕ ਗੁਰੂ ਸਾਹਿਬ ਦਾ ਜੀਵਨ ਕਿੱਦਾਂ ਦਾ ਹੈ, ਜਿਹੜੇ ਏਡੇ ਵੱਡੇ ਵਾਹਿਗੁਰੂ ਪਰਮੇਸ਼ਰ ਦੇ ਅਵਤਾਰ ਹੋਣ ਤੇ ਵੀ ਭਾਣੇ ਨੂੰ ਮਿੱਠਾ ਕਰਕੇ ਮੰਨਦੇ। ਤਾਂ ਇਸ ਕਰਕੇ ਮਹਾਰਾਜ ਕੀ ਕਹਿੰਦੇ ਆ, ਪਹਿਲਾ ਅਰਥ ਕੀ ਆ? ਨਮੋ ਸਰਬ ਮਾਨੇ, ਹੇ ਵਾਹਿਗੁਰੂ ਤੈਨੂੰ ਸਾਰੇ ਮੰਨਦੇ ਆ, ਨਮਸਕਾਰ ਹੈ। ਦੂਸਰਾ, ਗੁਰੂ ਸਾਹਿਬ ਕਿੱਦਾਂ ਦੇ ਨੇ, ਇਹਨਾਂ ਨੂੰ ਸਾਰੀ ਦੁਨੀਆ ਮੰਨਦੀ। ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਪਤਾ ਹੀ ਨਹੀਂ ਅਜੇ, ਜਿੱਦਣ ਪਤਾ ਲੱਗ ਗਿਆ ਮੰਨਣਾ ਉਹਨਾਂ ਨੇ ਵੀ ਆ। ਕਿਉਂ? ਉਪਦੇਸ਼ ਹੀ ਇਦਾਂ ਦੇ ਸਾਂਝੇ। ਚਲੋ ਵਿਸਥਾਰ ਜ਼ਿਆਦਾ ਹੋਈ ਜਾ ਰਿਹਾ ਹੈ, ਸਮਾਂ ਵੀ 5-7 ਮਿੰਟ ਰਹਿ ਗਏ ਨੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਉਪਦੇਸ਼ਾਂ ਵਿੱਚ ਇੱਕ ਕਮਾਲ ਦੀ ਗੱਲ ਆਉਂਦੀ ਆ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਲਾਏ ਜੀਓ। ਮਹਾਰਾਜ ਨੂੰ ਪੁੱਛਿਆ ਗੁਰੂ ਕਿੱਦਾਂ ਦਾ? ਸਤਿਗੁਰੂ ਕਹਿੰਦੇ ਗੁਰੂ ਇਦਾਂ ਦਾ ਹੁੰਦਾ ਜਿਹੜਾ ਸਾਰਿਆਂ ਨੂੰ ਉਪਦੇਸ਼ ਦੇਵੇ, ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਸਾਰਿਆਂ ਨੂੰ ਏਕਤਾ 'ਚ ਪਰੋਵੇ। ਅਜੇ ਤੱਕ ਗੁਰੂ ਇਦਾਂ ਦਾ ਨਹੀਂ ਕੋਈ ਦੱਸ ਸਕਿਆ। ਹਰੇਕ ਦੀ ਆਪੋ ਆਪਣੀ ਵੱਖਰੀ ਸੰਪਰਦਾ ਵਾ, ਆਪਣੀ ਵੱਖਰੀ ਸ਼ਾਖਾ ਵਾ, ਪਰ ਸਾਂਝਾ ਉਪਦੇਸ਼ ਨਹੀਂ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਬਚਨ ਸੁਣਿਆ ਕਿ ਪ੍ਰਚਾਰ ਕਰਨ ਦਾ ਅਥਾਹ ਜੋਸ਼ ਸੀ। 6-6 ਜਗ੍ਹਾ 8-8 ਜਗ੍ਹਾ ਵੀ ਉਹ ਕਥਾ ਕਰ ਦਿੰਦੇ ਸੀ। ਨਗਰ ਕੀਰਤਨ 'ਚ ਜਿਉਂ ਟਰੱਕ ਤੇ ਖਲੋਤੇ ਸਪੀਕਰ ਲੈ ਕੇ ਸਵੇਰ ਦੇ ਚੜੇ ਤਕਾਲਾਂ ਤੱਕ ਪ੍ਰਚਾਰ ਕਰਦੇ, ਫਿਰ ਉਤਰਦੇ। ਉਹ ਕੁੰਭ ਤੇ ਗਏ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ। ਕੁੰਭ ਤੇ ਹਰਿਦੁਆਰ ਕਈ ਥਾਵਾਂ ਤੇ ਧਾਰਮਿਕ ਕੇਂਦਰ ਬੜੇ ਨੇ ਜਿਨ੍ਹਾਂ ਨੂੰ ਨਿਰਮਲੇ ਸੰਤ, ਉਦਾਸੀ ਸੰਤ ਚਲਾਉਂਦੇ। ਆਪਦੇ ਘਰ ਤੇ ਸਾਰੇ ਆਪਦੀਆਂ ਗੱਲਾਂ ਸੁਣਾ ਦਿੰਦੇ, ਦੂਜੇ 'ਚ ਜਾ ਕੇ ਸੁਣਾਉਣ ਤੇ ਪਤਾ ਲੱਗੂਗਾ ਜਦੋਂ ਉਹਨਾਂ ਨੇ ਸਵਾਲ ਕੀਤੇ। ਸੰਤ ਮਹਾਰਾਜ ਗਏ ਉੱਥੇ, ਸੰਤਾਂ ਨੇ ਇੱਕ ਬਚਨ ਕੀਤਾ। ਸੰਤ ਕਹਿੰਦੇ ਬਾਕੀ ਸਾਰੇ ਗੁਰੂ, ਪਰ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ। ਜਗਤ ਗੁਰੂ ਲਿਖਾ ਲੈਂਦੇ ਸਾਰੇ, ਪਰ ਜਗਤ ਗੁਰੂ ਹੈ ਨਹੀਂ। ਬਾਕੀ ਸਾਰੇ ਗੁਰੂ, ਪਰ ਗੁਰੂ ਨਾਨਕ ਦੇਵ ਸਾਹਿਬ ਜਗਤ ਗੁਰੂ। ਕਿਉਂ? ਜੇ ਜੋਗੀ ਆਇਆ ਤੇ ਉਹਨੂੰ ਉਪਦੇਸ਼ ਦਿੱਤਾ, ਜੇ ਪਾਂਧਾ ਆਇਆ ਤੇ ਉਹਨੂੰ ਉਪਦੇਸ਼ ਦਿੱਤਾ, ਜੇ ਮੌਲਵੀ ਆਇਆ ਤੇ ਉਹਨੂੰ ਉਪਦੇਸ਼ ਦਿੱਤਾ, ਜੇ ਕੋਈ ਸੁਨਿਆਰ ਜਾਤ ਦਾ ਆ ਗਿਆ ਤੇ ਉਹਨੂੰ ਉਪਦੇਸ਼ ਦਿੱਤਾ। ਜਤ ਪਹਾਰਾ ਧੀਰਜ ਸੁਨਿਆਰ, ਜੇ ਕੋਈ ਜ਼ਿਮੀਂਦਾਰ ਆ ਗਿਆ ਤੇ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨਖੇ। ਹੁਣ ਦੇਖੋ, ਮਹਾਰਾਜ ਨੇ ਇਹ ਨਹੀਂ ਕਿਹਾ ਵੀ ਅਸੀਂ ਗੁਰੂ ਹੋਣੇ ਚਾਹੀਦੇ ਆ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਲਾਏ, ਜਿਹੜਾ ਸਾਰਿਆਂ ਨੂੰ ਲੈ ਕੇ ਤੁਰੇ ਗੁਰੂ ਤੇ ਉਹ ਹੈ।
फिर कमाल दी गल जदों प्रचार ते तुरन लगे ते की आख्या, ना को हिंदू ना मुसलमान, ना कोई हिंदू है ना कोई मुसलमान आ, सारे इंसान ने ते इंसानियत कोई भी नहीं वंड सकता। फिर कमाल दी गल है, एकता पैदा करने वास्ते की आख्या, ਉੱਚੀਆਂ ਜਾਤੀਆਂ ਵਾਲਿਆਂ ਨੂੰ ਵੀ ਆਪਣਾ ਮਾਣ ਛੱਡੋ ਤੇ ਨੀਵਿਆਂ ਨੂੰ ਚੁੱਕਿਆ ਨੀਚਾ ਅੰਦਰ ਨੀਚ ਜਾ ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਕਿਉ ਸਿਓ ਕਿਆ ਰੀਸ। ਉਦਾਹਰਨਾਂ ਬੜੀਆਂ ਨੇ ਪਰ ਸੰਖੇਪ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ। ਉਹਨਾਂ ਨੂੰ ਪੁੱਛਿਆ ਗਿਆ ਕਿ ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਉਪਦੇਸ਼ ਆ ਕਿਹਦੇ ਵਾਸਤੇ ਹੈ? ਤੇ ਉਹਨਾਂ ਨੇ ਕੀ ਆਖਿਆ, ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਪੇ ਹਰ ਮੰਤਰ ਜਪੈਲੀ। ਖੱਤਰੀ ਬ੍ਰਾਹਮਣ ਸੂਦ ਵੈਸ ਕੋਈ ਵੀ ਰੱਬ ਦਾ ਨਾਮ ਜਪ ਲਵੇ। ਉਦਾਹਰਣ ਦੇ ਤੌਰ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਕਿਸੇ ਇੱਕ ਮਹਾਤਮਾ ਦੀ ਬਾਣੀ ਨਹੀਂ, ਇੱਕ ਮਹਾਂਪੁਰਸ਼ ਦੀ ਬਾਣੀ ਨਹੀਂ, ਹਰ ਜਾਤ ਪਾਤ ਦੇ ਸਾਧੂ ਸੰਤ ਦੀ ਬਾਣੀ। फिर किड्डी वड्डी एकता, एक पिता एक सके हम बारक तू मेरा गुरहाई। फिर खत्तरी ब्राह्मण सूद वैस उपदेश चौं वरना को साझा। ते कमाल दी गल जदों पुछया भी गुरु ग्रंथ साहिब रूपी जिहड़ा आत्मक थाल आ, जिहदे विच नाम आत्मा दी विचार रूपी शुद्ध भोजन पए ने, इहनूं कौन वरत सकदा है? तां महाराज ने आख्या, जे को खावे। इत्थे को शब्द वरत्या, इत्थे नहीं लिखिया भी जे सिख ही खावे, सिख खावे सिख पुंचे नहीं लिखिया। इत्थे लिखिया जे को खावे जे को पुंचे, कोई जप लवे, कोई इहदी कमाई कर लवे, कोई जपा लवे। तिसका होए उधारो ये वस्त तजी नहीं जाई। तां सतगुरु की कहिंदे ने, नित नित रख उर धर। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕਰਕੇ ਸਮਾਪਤੀ ਕਰਾਂ। ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਤੁਸੀਂ ਕਾਹਦੇ ਵਾਸਤੇ ਦੁਨੀਆ 'ਚ ਆਏ? ਕਿੱਦਾਂ ਦਾ ਸਵਾਲ ਕਰਦੇ ਨੇ ਲੋਕ। ਸੋਚ ਸਮਝ ਤੋਂ ਪਰੇ ਹੈ ਵੀ ਤੁਸੀਂ ਕਾਹਦੇ ਵਾਸਤੇ ਆਏ ਹੋ ਸੰਸਾਰ 'ਚ। ਹੋਰ ਮਹਾਂਪੁਰਸ਼ ਨਹੀਂ ਸੀ, ਤੁਹਾਨੂੰ ਆਉਣ ਦੀ ਕੋਈ ਲੋੜ ਪਈ? ਤਾਂ ਮਹਾਰਾਜ ਕੀ ਕਹਿੰਦੇ ਨੇ, ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰ। ਧਰਮ ਚਲਾਉਣ ਆਇਆ ਵਾ, ਕੋਈ ਫਿਰਕਾ ਪ੍ਰਸਤੀ ਨਹੀਂ ਕੀਤੀ। ਤੇ ਫਿਰ ਕੀ ਆਖਿਆ, ਸੰਤ ਉਭਾਰਨ, ਸਿੱਖ ਉਭਾਰਨ ਨਹੀਂ, ਸੰਤ। ਨਹੀਂ ਤੇ ਕਹਿ ਸਕਦੇ ਸਿੱਖਾਂ ਨੂੰ ਉਭਾਰਨ ਆਇਆ, ਨਹੀਂ ਸੰਤ। ਸੰਤ ਕੋਈ ਵੀ ਹੋ ਸਕਦਾ। ਸੰਤ ਤੇ ਕਬੀਰ ਸਾਹਿਬ ਵੀ ਨੇ, ਸੰਤ ਤੇ ਰਵਿਦਾਸ ਜੀ ਨੇ ਵੀ, ਸੰਤ ਕਿਸੇ ਧਰਮ 'ਚ ਵੀ ਸੰਤਾਂ ਨੂੰ ਬਚਾਉਣ ਆਇਆ। ਹੁਣ ਸੰਤ ਸ਼ਬਦ ਵੱਲ ਧਿਆਨ ਦੇਣਾ ਚਾਹੀਦਾ। इत्थे सिख शब्द नहीं लिखिया। अच्छा, दुष्ट सबन को, दुष्टां नूं हिंदू नहीं कहा, मुसलमान भी नहीं कहा। हालांकि महाराज दे नाल तकरीबन ज्यादा युद्ध तुरकां दे होए ते पहाड़ी राजियां साथ दिता, पर उत्थे ना हिंदू कहा ना मुसलमान कहा, आख्या दुष्ट। माड़े बंदे हरेक च हो सकते, सारा धर्म थोड़ी माड़ा हुंदा, माड़े बंदे हुंदे ने। तां महाराज की कहिंदे हन, ਤਾਂ ਸਤਿਗੁਰੂ ਕਿੱਦਾਂ ਦੇ ਨੇ, ਨਮੋ ਸਰਬ ਮਾਨੇ। ਜਿੱਦਾਂ ਵਾਹਿਗੁਰੂ ਪਰਮੇਸ਼ਰ ਨੂੰ ਸਾਰੇ ਮੰਨਦੇ ਨੇ, ਨਮਸਕਾਰ ਹੈ। ਇੱਕੋ ਇੱਕ ਸਿੱਖ ਧਰਮ ਦੇ ਗੁਰੂ ਸਾਹਿਬ ਇਦਾਂ ਦੇ ਨੇ ਜਿਨ੍ਹਾਂ ਨੂੰ ਸਾਰੇ ਹੀ ਸਿਰ ਝੁਕਾਉਂਦੇ ਨੇ। ਕਿਉਂ? ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਮਸਤੀ ਨਿਧਾਨੇ। ਇਸ ਤੋਂ ਅੱਗੇ ਹੁਣ ਸਮਾਂ ਜਿਹੜਾ ਹੈ ਉਹ ਪੂਰਾ ਹੋ ਚੁੱਕਾ ਹੈ ਅੱਜ ਦੀ ਕਥਾ ਵਿਚਾਰ ਦਾ। ਤਾਂ ਭੁਜੰਗ ਪ੍ਰਿਆਤ ਛੰਦ ਦੀ ਕਥਾ ਫਿਰ ਅਗਲੇ ਸ਼ਨੀਵਾਰ ਨਮੋ ਸਰਬ ਮਾਨੇ ਤੋਂ ਸ਼ੁਰੂ ਕਰਾਂਗੇ। ਆਪ ਸਾਰੀਆਂ ਸੰਗਤਾਂ ਨੇ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਭੁੱਲ ਚੁੱਕ ਦੀ ਖਿਮਾ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅੱਗੇ ਵਾਸਤੇ ਕਿਰਪਾ ਕਰਿਓ। ਪੂਰੇ 4 ਤੋਂ 5 ਕਥਾ ਜਿਹੜੀ ਹੈ ਉਹ ਇਸ ਸਥਾਨ ਤੇ ਬਾਬਾ ਜੀ, ਬਾਬਾ ਜਵਾਹਰ ਦਾਸ ਜੀ ਬ੍ਰਹਮ ਗਿਆਨੀ ਤਤ ਬੇਤੇ, ਜਿਨ੍ਹਾਂ ਦੀ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਤਿਨਾਂ ਦੇ ਹੁਕਮ ਦੇ ਵਿੱਚ ਪ੍ਰਬੰਧਕ ਸੱਜਣ ਨਿਭਾ ਰਹੇ ਨੇ। ਸੋ ਹਰ ਸ਼ਨੀਵਾਰ ਮਹਾਂਪੁਰਸ਼ਾਂ ਦੇ ਪਵਿੱਤਰ ਦਰ ਤੇ
ਇਹ ਸਤ ਸੰਗ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਓ ਕਥਾ ਵਿਚਾਰ ਦੀ ਸਮਾਪਤੀ ਕਰੀਏ। ਨਮੋ ਸਰਬ ਮਾਨੇ ਸਮਸਤੀ ਨਿਧਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।